ਸਰਬ ਕਲਾ ਸਮਰੱਥ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਇਕ ਮਨ ਪੂਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੇ ਬਸਾਵੂੰ, ਤਉ ਪਰਮ ਗੁਰੂ ਨਾਨਕ ਗੁਣ ਗਾਵੂੰ। ਤਾਸ ਚਰਨ ਲੈ ਹਿਰਦੇ ਬਸਾਵੂੰ, ਤਉ ਪਰਮ ਗੁਰੂ ਨਾਨਕ ਗੁਣ ਗਾਵੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਸਮਾਂ, ਆਪ ਸਾਰੇ ਸੰਗਤ ਦੇ ਵਿੱਚ ਜੁੜ ਰਹੇ ਹੋ, ਧੰਨਤਾਯੋਗ ਹੋ, ਸਤਿਕਾਰਯੋਗ ਹੋ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਅਸੀਂ ਆਪਣੇ ਆਪ ਨੂੰ ਅਖਵਾਉਂਦੇ ਹਾਂ ਵੀ ਅਸੀਂ ਸਿੱਖ ਹੈਗੇ ਹਾਂ, ਅਤੇ ਮਹਾਰਾਜ ਨੇ ਸਾਨੂੰ ਇੱਕ ਨਿਯਮਾਵਲੀ ਬਖਸ਼ੀ ਹੈਗੀ ਹੈ। ਜੇ ਅਸੀਂ ਗੁਰਮਤਿ ਦੇ ਧਾਰਨੀ ਬਣਨਾ ਚਾਹੁੰਦੇ ਹਾਂ, ਜੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਣੇ ਮਾਲਕ ਦੀ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਈਏ, ਅਤੇ ਫਿਰ ਮਹਾਰਾਜ ਨੇ ਇੱਕ ਨਿਯਮਾਵਲੀ ਬੰਨੀ ਕਿ ਅੰਮ੍ਰਿਤ ਵੇਲੇ ਤੋਂ ਪਰਿਪੂਰਨ ਪਰਮਾਤਮਾ ਦੀ ਕੀਰਤੀ ਗਾਇਨ ਕਰਨੀ ਤੇਰੇ ਜੀਵਨ ਦਾ ਮਕਸਦ ਬਣ ਜਾਵੇ। ਅੰਮ੍ਰਿਤ ਵੇਲਾ, ਇਹਨੂੰ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਨਾਮ ਕਿਹਾ। ਇਹਨੂੰ ਸਨਾਤਨੀ ਵੀਰਾਂ ਨੇ ਬ੍ਰਹਮ ਮਹੂਰਤ ਆਖਿਆ, ਔਰ ਮੁਹੰਮਦ ਸਾਹਿਬ ਇਸਲਾਮ ਦੇ ਬਾਣੀ, ਉਹਨਾਂ ਨੇ ਅਟਲ ਸੁਭਾਅ ਆਖਿਆ। ਅਟਲ ਸੁਭਾਅ। ਇੱਕ ਆਮ ਤੌਰ 'ਤੇ ਇੱਕ ਨਾਮ ਹੋਰ ਦਿੱਤਾ ਜਾਂਦਾ ਹੈ, ਪ੍ਰਭਾਤ ਵੇਲਾ। ਪ੍ਰਭਾਤ ਵੇਲੇ ਦੇ ਅਰਥ ਵਿਦਵਾਨਾਂ ਨੇ ਇਸ ਤਰ੍ਹਾਂ ਕੀਤੇ ਨੇ, ਪ੍ਰਭਾਤ ਪ੍ਰਭ ਆਤ, ਭਾਵ ਇੱਕ ਐਸਾ ਸਮਾਂ ਸਾਰੇ ਦਿਨ ਦੇ ਵਿੱਚ ਜਦੋਂ ਪ੍ਰਭੂ ਚੇਤੇ ਆਉਂਦਾ ਹੈ। ਪ੍ਰਭ ਆਤ ਯਾਨੀ ਪਰਿਪੂਰਨ ਪਰਮਾਤਮਾ ਚੇਤੇ ਵਿੱਚ ਆਉਂਦਾ ਹੈ। ਸਾਰਾ ਦਿਨ ਬੰਦਾ ਕਿਰਤ ਕਾਰੋਬਾਰਾਂ 'ਚ ਖਚਿਤ ਹੁੰਦਾ ਹੈ, ਨਹੀਂ ਚੇਤੇ ਆਉਂਦਾ। ਮਗਰ ਅੰਮ੍ਰਿਤ ਵੇਲੇ ਦਾ ਸਮਾਂ, ਪ੍ਰਭਾਤ ਵੇਲੇ ਦਾ ਸਮਾਂ ਐਸਾ ਹੈ, ਆਟੋਮੈਟਿਕ ਚੇਤੇ ਆਉਂਦਾ ਹੈ। ਥੋੜ੍ਹਾ ਜਿਹਾ ਸੁਚੇਤ ਹੋਇਆ ਬੰਦਾ, ਆਪੇ ਹੀ ਚੇਤੇ ਆਉਂਦਾ। ਮੈਨੂੰ ਚੰਗੇ ਤਰੀਕੇ ਯਾਦ ਹੈ, ਸਾਡੇ ਛੋਟੇ ਹੁੰਦੇ ਵੇਲੇ ਦੀ ਗੱਲਾਂ ਨੇ। ਹੁਣ ਤਾਂ ਖੈਰ ਸਮਾਂ ਬਦਲ ਚੁੱਕਿਆ। ਉਸ ਵੇਲੇ ਅੰਮ੍ਰਿਤ ਵੇਲੇ ਕੋਈ ਕਿਸੇ ਨਾਲ ਗੱਲਾਂ ਨਹੀਂ ਸੀ ਕਰਦਾ, ਸਭ ਆਪਣੀ ਆਪਣੀ ਧੁਨ ਵਿੱਚ ਮਸਤ ਹੋਇਆ ਕਰਦੇ ਸਨ। ਕੋਈ ਰਾਮ ਰਾਮ ਜਪਦਾ ਸੀ, ਕੋਈ ਸਤਨਾਮ ਜਪਦਾ ਸੀ, ਕੋਈ ਵਾਹਿਗੁਰੂ ਜਪਦਾ ਸੀ, ਕੋਈ ਅੱਲਾਹੂ ਜਪਦਾ ਸੀ। ਸਵੇਰ ਵੇਲੇ ਗੱਲਾਂ ਨਹੀਂ ਸੀ ਕਰਦੇ, ਕੋਈ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ, ਸਭ ਆਪਣੇ ਆਪਣੀ ਧੁਨ ਵਿੱਚ ਮਸਤ ਰਹਿੰਦੇ ਸਨ। ਅਗਰ ਕੋਈ ਗੱਲ ਵੀ ਕਰਦਾ ਸੀ ਨਾ, ਉਹ ਬੜੇ ਬਜ਼ੁਰਗ ਕਿਆ ਕਰਦੇ ਨਾ, ਕੋਈ ਪੁਰਖਾ ਸਾਰਾ ਦਿਨ ਪਿਆ ਗੱਲਾਂ ਕਰਨ ਵਾਸਤੇ। ਇਹ 2 ਘੜੀਆਂ ਦਾ ਸਮਾਂ ਹੈਗਾ, ਇਸ ਵੇਲੇ ਕੇਵਲ ਪਰਮਾਤਮਾ, ਇਸ ਵੇਲੇ। ਮਗਰ ਹੁਣ ਸਮਾਂ ਬਦਲ ਗਿਆ, ਹੁਣ ਵਾਤਾਵਰਨ ਬਦਲ ਚੁੱਕਿਆ ਹੈਗਾ। ਤੁਹਾਨੂੰ ਪਤਾ ਹੈ, ਤੁਸੀਂ ਇੱਧਰ ਰਹਿੰਦੇ ਹੈਗੇ ਹੋ, ਚਲੋ ਬਹੁਤ ਚੰਗੀ ਹੈਗੀ ਹੈ ਵੀ ਤੁਹਾਨੂੰ ਸੁਭਾਅ ਮਿਲਿਆ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰਦੁਆਰੇ ਆਓ। ਇੱਕ ਐਸੀ ਜਗ੍ਹਾ ਹੈਗੀ ਹੈ ਜਿਨ੍ਹਾਂ ਨੂੰ ਕਿਹਾ ਜਾਂਦਾ ਭਈਏ। ਭਈਏ ਜਿਹੜੇ ਭਈਏ ਨੇ, ਜਿਹੜੇ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਕਦੀ ਉੱਧਰ ਜਾ ਕੇ ਵੇਖੋ, ਉਸ ਇਲਾਕੇ ਵੱਲ ਜਾ ਕੇ ਵੇਖੋ ਜਿੱਧਰ ਭਈਏ ਰਹਿੰਦੇ ਨੇ। ਤੁਸੀਂ ਸਵੇਰੇ ਸਵੇਰੇ ਜਾਓ, ਉਹ 3 ਹੀ ਕੰਮ ਕਰਦੇ ਨੇ, ਕੇਵਲ 3 ਕੰਮ। ਉਹਨਾਂ ਦੀ ਜ਼ਿੰਦਗੀ ਦਾ ਰੂਟੀਨ ਹੈ 3 ਕੰਮ ਕਰਨੇ, ਕਿ ਜਾਂ ਤਾਂ ਸਵੇਰ ਵੇਲੇ ਉੱਚੇ ਉੱਚੇ ਗਾਣੇ ਲਾਏ ਹੋਣਗੇ, ਜਾਂ ਸਵੇਰ ਨਾਲ ਤੰਬਾਕੂ ਰਗੜਦੇ ਹੋਣਗੇ, ਜਾਂ ਫਿਰ ਲੜਦੇ ਹੋਣਗੇ। ਹੋਰ ਕੋਈ ਕੰਮ ਨਹੀਂ, ਕੋਈ ਕੰਮ ਨਹੀਂ। ਸਵੇਰ ਵੇਲੇ ਉਹਨਾਂ ਨੂੰ ਇਹ 3 ਚੀਜ਼ਾਂ ਹੀ ਚੇਤੇ ਹੈਗੀਆਂ। ਕਹਿਣ ਤੋਂ ਭਾਵ ਕੰਪੇਅਰ ਕਰੋ ਉਹਨਾਂ ਨਾਲ ਆਪਣੇ ਆਪ ਨੂੰ ਵੀ ਗੁਰੂ ਨੇ ਕਿੰਨੀ ਕਿਰਪਾ ਕੀਤੀ ਹੈ, ਜਿਨ੍ਹਾਂ ਨੂੰ ਘੱਟੋ ਘੱਟ ਇਨਸਾਨੀ ਜੀਵਨ ਦੇ
ਕਦਰ ਹੈ, ਕਦਰ ਹੈ। ਇੱਕ ਪਾਸੇ ਉਹ ਮਨੁੱਖ ਨੇ ਜਿਹੜੇ ਡੰਗਰਾਂ ਵਾਂਗੂ ਜੀਂਦੇ ਪਏ ਨੇ, ਪਾਓ ਹੈਨ ਤੇ ਮਨੁੱਖ, ਮਗਰ ਉਹਨਾਂ ਦੇ ਜੀਵਨ ਦੇ ਵਿੱਚ ਮਨੁੱਖਤਾ ਝਲਕ ਨਹੀਂ ਮਾਰਦੀ, ਢਲਕਾਂ ਨਹੀਂ ਮਾਰਦੀ। ਦਿਖਾਈ ਦੇ ਰਹੇ ਨੇ ਮਨੁੱਖ ਨੇ, ਮਨੁੱਖ ਨਹੀਂ ਹੈਗੇ, ਪਰ ਕਿਉਂ ਉਹਨਾਂ ਦੇ ਕਿੱਤੇ ਦੇ ਵਿੱਚ ਪਸ਼ੂਪਣਾ ਝਲਕਦਾ ਪਿਆ। ਕਰਤੂਤ ਪਸ਼ੂ ਕੀ ਮਾਨਸ ਜਾਤ, ਦਿਖਾਈ ਦੇ ਰਹੇ ਨੇ ਮਨੁੱਖ, ਮਨੁੱਖ ਨਹੀਂ ਨੇ, ਨਿਰੇ ਹੀ ਪਸ਼ੂ ਨੇ। ਪਸ਼ੂਆਂ ਦੇ ਵਿੱਚ ਔਰ ਮਨੁੱਖ ਦੇ ਵਿੱਚ ਗੁਰੂ ਨੇ ਕੀ ਫਰਕ ਦੱਸਿਆ ਹੈ? ਪਸ਼ੂ ਨੂੰ ਕੋਈ ਸਮਝ ਨਹੀਂ ਹੈਗੀ ਜੀਵਨ ਦੀ, ਮੈਨੂੰ ਸਮਝ ਹੈਗੀ, ਮਨੁੱਖ ਨੂੰ ਸਮਝ ਹੈਗੀ। ਮਨੁੱਖ ਸਮਝ ਸਕਦਾ ਮੈਂ ਕੀ ਕਰਨਾ ਹੈ ਕੀ ਨਹੀਂ ਕਰਨਾ, ਪਸ਼ੂ ਨੂੰ ਕੋਈ ਸਮਝ ਨਹੀਂ ਹੈਗੀ, ਕੋਈ ਸਮਝ ਨਹੀਂ ਹੈਗੀ। ਖੈਰ, ਅੰਮ੍ਰਿਤ ਵੇਲੇ ਦਾ ਸਮਾਂ ਸੀ ਤੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਚੜ੍ਹਦੀ ਜਵਾਨੀ ਸੀ ਸਾਹਿਬ ਦੀ, ਸਵੇਰੇ ਸਵੇਰੇ ਦਾ ਵੇਲਾ, ਤੇ ਆਪਣੇ ਘਰੋਂ ਬਾਹਰ ਨਿਕਲੇ ਨੇ, ਗਲੀ ਤਹਿਣੀ। ਤੇ ਜਦੋਂ ਬਾਹਰ ਨਿਕਲੇ ਨੇ ਤੇ ਬਾਹਰ ਸਾਹਮਣੇ ਥੋੜ੍ਹਾ ਜਿਹਾ ਅੱਗੇ ਨੂੰ ਤੁਰੇ ਨੇ ਤੇ ਸਾਹਮਣੇ ਜਾ ਕੇ ਅਗਾਂਹ ਇੱਕ ਮੁਸਲਮਾਨ ਜਿਹੜਾ ਹੱਜ ਲਈ, ਨਮਾਜ਼ ਅਦਾ ਕਰਨ ਲਈ ਮਸੀਤੇ ਜਾ ਰਿਹਾ ਸੀ, ਕਾਜੀ ਸੀ ਉਹ। ਤੇ ਉਹਨੇ ਮਹਾਰਾਜ ਦੇ ਵੱਲ ਵੇਖਿਆ ਤੇ ਕਹਿੰਦਾ ਕਿੱਧਰ ਚੱਲੇ ਹੋ ਜੀ? ਤੇ ਮਹਾਰਾਜ ਨੇ ਫਰਮਾਇਆ ਬਈ ਤੁਸੀਂ ਕਿੱਧਰ ਚੱਲੇ ਹੋ? ਕਹਿੰਦਾ ਮੈਂ ਮਸੀਤੇ ਚੱਲਿਆ ਨਮਾਜ਼ ਅਦਾ ਕਰਨ ਵਾਸਤੇ, ਤੁਸੀਂ ਵੀ ਚੱਲੋ, ਤੁਸੀਂ ਵੀ ਚੱਲੋ। ਧਿਆਨ ਦਿਓ ਕੀ ਕਿਹਾ? ਨਾਨਕ ਜੀ ਤੁਸੀਂ ਵੀ ਚੱਲੋ, ਤੁਸੀਂ ਬੜੀ ਗੱਲਾਂ ਕਰਦੇ ਹੋ ਬਈ ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਹੈਗਾ, ਸਾਰੀਆਂ ਥਾਂ 'ਤੇ ਉਹੀਓ ਵਸਦਾ ਹੈਗਾ। ਜੇ ਐਸੀ ਗੱਲ ਹੈ ਤਾਂ ਚਲੋ ਅੱਜ ਫਿਰ ਮਸੀਤੇ ਚਲੋ ਸਾਡੇ ਨਾਲ ਨਮਾਜ਼ ਅਦਾ ਕਰਨ ਵਾਸਤੇ। ਮਹਾਰਾਜ ਨੇ ਕਿਹਾ ਚਲੋ ਚਲੋ। ਕਾਜੀ ਨੂੰ ਬਿਲਕੁਲ ਯਕੀਨ ਨਹੀਂ ਸੀ ਬਈ ਮੇਰੇ ਕਹਿਣ 'ਤੇ ਉਹ ਚੱਲ ਪੈਣਗੇ। ਮਹਾਰਾਜ ਚੱਲ ਪਏ, ਇੱਕ ਸੈਕਿੰਡ ਵਿੱਚ ਚੱਲ ਪਏ। ਕਾਜੀ ਅੱਗੇ ਅੱਗੇ, ਮਹਾਰਾਜ ਉਹਦੇ ਪਿੱਛੇ ਪਿੱਛੇ। ਜਦੋਂ ਮਸੀਤ ਦੇ ਕੋਲ ਪਹੁੰਚੇ ਨੇ ਤੇ ਮਸੀਤ ਦੇ ਅੰਦਰ ਐਂਟਰ ਕਰਨ ਤੋਂ ਪਹਿਲੇ ਬਾਹਰ ਥੜੇ ਦੇ ਉੱਤੇ ਇੱਕ ਲੋਟਾ ਪਿਆ ਸੀ, ਪਾਣੀ ਨਾਲ ਭਰਿਆ ਹੋਇਆ, ਤੇ ਉਹ ਹੱਥ ਪੈਰ ਧੋਣ ਲੱਗੇ, 5 ਇਸ਼ਨਾਨਾਂ ਕਰਨ ਲੱਗੇ। ਕੌਣ? ਕਾਜੀ ਸਾਹਿਬ। ਤੇ ਮਹਾਰਾਜ ਨੇ ਪੁੱਛਿਆ ਬਈ ਇਹ ਕੀ ਕਰ ਰਹੇ ਹੋ? ਧਿਆਨ ਦੇਣਾ ਹੁਣ, ਇਹ ਕੀ ਕਰ ਰਹੇ ਹੋ? ਕਹਿਣ ਲੱਗੇ ਨਾਨਕ ਜੀ ਇਹਨੂੰ ਬੋਲਦੇ ਨੇ ਉਜ਼ੂ ਕਰਨਾ, ਹੱਥ ਪੈਰ ਸੁੱਚੇ ਕਰਨੇ। ਧਿਆਨ ਦੇਣਾ, ਬਾਣੀ 'ਚ ਬਾਬਾ ਫਰੀਦ ਸਾਹਿਬ ਵੀ ਕਹਿੰਦੇ ਨੇ, ਉੱਠ ਫਰੀਦਾ ਉਜ਼ੂ ਸਾਜ, ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੇਂ, ਸੋ ਸਿਰ ਕੱਪ ਉਤਾਰ। ਸਵੇਰੇ ਸਵੇਰੇ ਦਾ ਵੇਲਾ, ਪਰਮਾਤਮਾ ਨੂੰ ਚੇਤੇ ਕਰਨਾ ਹੈ। ਅਸੀਂ ਲੋਕ ਪੂਰਾ ਇਸ਼ਨਾਨ ਕਰਦੇ ਹਾਂ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਅਸੀਂ ਪੂਰਾ ਇਸ਼ਨਾਨ ਕਰਦੇ ਹਾਂ। ਮਗਰ ਆਪ ਜੀ ਨੂੰ ਸ਼ਾਇਦ ਇਸ ਗੱਲ ਦਾ ਗਿਆਨ ਹੋਵੇ ਬਈ ਜਿੱਥੇ ਇਸਲਾਮ ਦਾ ਜਨਮ ਹੋਇਆ, ਅਰਬ ਦੇ ਵਿੱਚ, ਉਸ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਘਾਟ ਸੀ ਉਸ ਸਮੇਂ ਵੀ ਤੇ ਅੱਜ ਵੀ। ਪਾਣੀ ਦੀ ਬੜੀ ਘਾਟ ਹੈ, ਪਾਣੀ ਨਹੀਂ ਹੁੰਦਾ, ਸਭ ਕੁਝ ਹੈ, ਪਾਣੀ ਨਹੀਂ ਹੈ। ਤੇ ਮਰੂਥਲੀ ਇਲਾਕਾ ਦੂਰ ਦੂਰ ਤੱਕ, ਤੁਹਾਨੂੰ ਪਤਾ ਹੀ ਹੋਏਗਾ, ਅੱਜ ਵੀ ਮਰੂਥਲੀ ਹੈਗਾ ਇਲਾਕਾ। ਤੇ ਤੁਹਾਨੂੰ ਪਤਾ ਹੈ ਕਈ ਵਾਰੀ ਅਗਰ ਤੁਸੀਂ ਨੋਟ ਕੀਤਾ ਹੋਵੇ ਬਈ ਮਸੀਤਾਂ ਦੇ ਉੱਪਰ ਹਰੇ ਰੰਗ ਦੇ ਗੁੰਬਦ ਕਿਉਂ ਬਣਾਏ ਜਾਂਦੇ ਨੇ? ਹਰੇ ਰੰਗ ਦੇ, ਹਰਾ ਰੰਗ ਕਿਉਂ ਕੀਤਾ ਜਾਂਦਾ ਹੈ? ਗੁਰਦੁਆਰਿਆਂ ਦੇ ਉੱਤੇ ਤੇ ਹਰੇ ਰੰਗ ਦੇ ਗੁੰਬਦ ਨਹੀਂ ਬਣਾਏ ਜਾਂਦੇ, ਮਸੀਤ ਦੇ ਉੱਤੇ ਹੀ ਬਣਾਏ ਜਾਂਦੇ। ਕਿਉਂ? ਕਿਉਂਕਿ ਮਰੂਥਲੀ ਇਲਾਕਾ ਦੂਰ ਦੂਰ ਤੱਕ ਹਰਿਆਲੀ ਵੇਖਣ ਨੂੰ ਨਹੀਂ ਸੀ ਮਿਲਦੀ, ਦੂਰ ਦੂਰ ਤੱਕ ਹਰਿਆਲੀ ਹੈ ਹੀ ਨਹੀਂ। ਇਸ ਕਰਕੇ ਮੁਹੰਮਦ ਸਾਹਿਬ ਨੂੰ ਹਰਾ ਰੰਗ ਬੜਾ ਚੰਗਾ ਲੱਗਦਾ ਸੀ। ਮੁਸਲਮਾਨਾਂ ਨੇ ਮਸੀਤਾਂ ਦੇ ਉੱਤੇ ਹਰੇ ਰੰਗ ਦੀ ਉਹ ਕਰਨੀ ਸ਼ੁਰੂ ਕਰ ਦਿੱਤੀ, ਅਤੇ ਦਰਗਾਹ ਦੇ ਵਿੱਚ ਜਿਹੜੀ ਉਹਨਾਂ ਦੀ ਚਾਦਰਾਂ ਚੜ੍ਹਦੀਆਂ ਨੇ ਉਹ ਵੀ ਹਰੇ ਰੰਗ ਦੀਆਂ ਹੁੰਦੀਆਂ। ਐਸੀ ਕਰਕੇ ਕਹਿੰਦੇ ਸਨ ਕਿ ਵੀ ਮੁਹੰਮਦ ਸਾਹਿਬ ਨੂੰ ਹਰਾ ਰੰਗ ਚੰਗਾ ਲੱਗਦਾ। ਇਹ ਉਜ਼ੂ ਕਰਦੇ ਸਨ ਬਈ 5 ਇਸ਼ਨਾਨਾ ਕਰਨਾ, ਪਾਣੀ ਘੱਟ ਹੈ, ਚਲੋ ਹੱਥ ਪੈਰ ਧੋ ਲਓ, ਮੂੰਹ ਧੋ ਲਓ, 5 ਇਸ਼ਨਾਨਾ ਕਰ। ਇਹ ਉਜ਼ੂ ਕਰਨ ਲੱਗੇ ਨੇ ਕਾਜੀ ਸਾਹਿਬ, ਤੇ ਹੁਣ ਦੇਖੋ ਕੀ ਕਰਾਮਾਤ ਹੋਈ। ਮਹਾਰਾਜ ਕਾਜੀ ਸਾਹਿਬ ਨੂੰ ਪੁੱਛਣੇ ਵੀ ਇਹ ਕਿਉਂ ਕਰ ਰਹੇ ਹੋ? ਤੁਸੀਂ ਇਹ ਉਜ਼ੂ ਕਿਉਂ ਕਰ ਰਹੇ ਹੋ? ਤੇ ਅੱਗੋਂ ਕਾਜ਼ੀ ਦਾ ਕੀ ਜਵਾਬ ਸੀ? ਕਹਿਣ ਲੱਗਾ ਨਾਨਕ ਜੀ ਇਹ ਉਜ਼ੂ ਹੱਥ ਪੈਰ ਸੁੱਚੇ ਕਰਨ ਵਾਸਤੇ। ਹੱਥ ਪੈਰ ਕਿਉਂ ਸੁੱਚੇ ਕਰਨੇ ਨੇ?
क्योंकि नमाज अदा करनी है। जे मैं हथ पैर सुच्चे ना करा फिर की होएगा? देखो, महसूस करो, जे मैं हथ पैर सुच्चे ना करा, महाराज ने पूछा, तो फिर की होएगा? कहने लगे, जे जुठे हथ पैरां दे नाल, गंदे हथ पैरां दे नाल मैं नमाज अदा करांगा तो अल्लाह की दरगाह दे विच कीती नमाज प्रवान नहीं होएगी, प्रवान नहीं होएगी। हुण महाराज ने इत्थे सानू एक इशारा दिता है, यह मैं आप जी के अगे इस करके रख रहा कि थोड़ा सानू समझ आवे भी कितनी महानता हैगी है महाराज दे इस दर दे उत्ते आके मत्था टेकन दी, जीवन की कदर सानू कितना पता चले। महाराज ने उच्चारण किया, अच्छा काजी जी, जे परिपूर्ण परमात्मा दे दरगाह दे विच असी सुच्चे होना है, प्रवान होना है उन्हां दी नज़रां च, तो फिर हथ पैर पहले धो के तां नमाज अदा करिए? कहंदे हाँ। कहने लगे, चलो यह हथ पैर ते धो ले, यह हथ पैर ते धो ले, तो जिहड़ा मन है, मन है, मैले मन दे नाल मैं बाणी पढ़ रहा, मैले मन नूं लै के मैं गुरुद्वारे आ रहा, दुआई निरंकार दी मैले मन नूं लै के मैं कथा करदा पिया। तो महाराज की बाणी तो यही कहती, मन मैले सब कुछ मैला, सब कुछ मैला, कीता होया पाठ भी, कीती हुई कथा भी, कीता होया कीर्तन भी, कीती हुई सेवा भी, मन मैले सब कुछ मैला, सब कुछ मैला है। फिर एक दूसरा इशारा, असी बड़े सफाई प्रिय बंदे हैगे, सानू सफाई बड़ी चंगी लगती हैगी, असी सफाई के नाँ के उत्ते सवेरे उठदे ही सफाइयाँ करवानियाँ शुरू करते हैं, जे आप नहीं करते दूजे कोलों करवाते हैं। असी साफ वस्त्र पाते हैं, साफ गड्डी दे विच बैठते हैं, तुहाडे दिल्ली शहर के हर बूए के अगे गड्डी खिलारी हुई है लोगों ने, हरेक इंसान के कोल गड्डी हैगी, तो रोज़ उन्होंने साफ करने वास्ते बंदे भी हैगे ने, वो गड्डी साफ करते हैं। बई मालक ने आके गड्डी दे विच बहना हैगा तो मालक का हुक्म है, गड्डी साफ होनी चाहिए, चमकती होनी चाहिए, गंदी गड्डी नहीं मैं बहना। साफ वस्त्र पांदा है, साफ थां ते बहंदा है, साफ गड्डी विच बहंदा है, साफ पदार्थ छकदा हैगा, सब कुछ साफ। जे रब ना करे किसी महफिल दे विच असी चले जाइए तो उत्थे कोई ऐसा मनुख आ जाए जिन्हें मैले कुचैले वस्त्र पाए हो, ध्यान दिओ, जिन्हें मैले वस्त्र पाए होन, असी उन्होंने अपने कोल बैठन देंगे या असी उहदे कोल जाके बैठांगे? महसूस करो थोड़ा जा, किसी ने मैले कपड़े पाए हुए होण, तुसी साफ सुथरे पाए हुए होण, तुसी उहदे कोल नहीं जाओगे, जे वो तुहाडे कोल आके बैठेगा या तो तुसी उत्थे उठन की कोशिश करोगे या फिर कहोगे पुरखा किते होर जाके बैठ। सीधी जी हैगी, बिल्कुल साधारण जी गल हैगी। असी मैल पसंद नहीं करते, असी इन्ने सफाई प्रिय बंदे हैगे, ते दुहाई निरंकार दी बाहर दी असी सफाई का तो बहुत ध्यान रख लिया, बहुत ध्यान रख लिया। ते मन की सफाई, मन किन्ना क मैला हैगा? तुसी रोज़ बाणी दे विच पढ़दे हो, जन्म जन्म की इस मन को मल लागी, किस तरह का हो गया? काला होया स्या, ए काला स्या मन लैके असी गुरु दे कोल आए हैं। ध्यान देना, हुण एक दूसरा विषय आप दे अगे रख रहे। साडा मन मैला है, गुरु निर्मल है, अति पवित्र है, अति पुनीत है गुरु। यह गुरु दे विच तासीर है कि पतिता नूं पुनीत करदा है। महापतित ते भये पुनीता, यह गुरु दे विच तासीर है, यह पापी नूं अपराधी नूं पूजन योग बना दिंदा है। यह गुरु दे विच तासीर है, यह गुरु दे विच समर्था हैगी है। गुरु अपना अमृतमई नाम जदों किसी नूं दिंदा है, बख्शदा है, तो उहदी हालात फिर बदल जाते हैं। ध्यान दिओ, फिर एक बारी मैं वचन उच्चारण करा, साडा मन मैला है और इस मैले मन नूं साफ करन दी जुगती केवल गुरु ही दसदा है। सीधी जी गल है, अगर कोई मनुख किचड़ भरे तलाब दे विच डिग जावे तो उन्होंने बाहर कौन कढेगा? वो हाले होके मारे भी मैनू बाहर कढो, बाहर तो वही कढेगा ना जिहड़ा बाहर खलोता होएगा।
ਜਿਹੜਾ ਬਾਹਰ ਹੋਏਗਾ, ਕਿਚੜ ਚੋਂ ਬਾਹਰ ਹੋਏਗਾ, ਉਹੀ ਕੱਢੇਗਾ। ਸਾਰਾ ਜਗਤ, ਧਿਆਨ ਦਿਓ, ਹਮ ਦੇਖਾਂ ਤੈਂ ਡੂਬਿਆ ਲੈ, ਸਾਰਾ ਜਗਤ ਡੁੱਬਿਆ ਪਿਆ, ਸਾਰੇ ਦਾ ਸਾਰਾ ਸੰਸਾਰ ਡੁੱਬਿਆ ਪਿਆ। ਸਾਰੇ ਦਾ ਸਾਰਾ ਜਗਤ ਡੁੱਬਿਆ ਪਿਆ। ਹੁਣ ਅਗਰ ਡੁੱਬਿਆ ਹੀ ਪਿਆ ਤੇ ਪੂਰੇ ਗੁਰੂ ਨੇ ਦੱਸ ਦਿੱਤਾ ਭਈ ਪੁਰਖਾ ਤੂੰ ਡੁੱਬਿਆ ਹੋਇਆ। ਪੂਰੇ ਗੁਰੂ ਨੇ ਦੱਸਿਆ ਇਸ ਗੱਲ ਨੂੰ, ਉਹਨੇ ਨਹੀਂ ਲੁਕਾਇਆ, ਉਹਨੇ ਨਹੀਂ ਪਰਦਾ ਕੀਤਾ। ਤੇ ਉਹਨੇ ਕਿਹਾ ਪੁਰਖਾ ਫਿਰ ਤੈਨੂੰ ਮੈਂ ਇੱਕ ਜੁਗਤੀ ਦੱਸਦਾ। ਉਹ ਜੁਗਤੀ ਕੀ ਹੈ? ਪੁਰਖਾ ਤੇਰਾ ਮਨ ਮੈਲਾ ਹੈ, ਇਸ ਮੈਲੇ ਮਨ ਨੂੰ ਸਾਫ਼ ਕਰਨ ਦੀ ਜੁਗਤੀ ਗੁਰੂ ਦੱਸਦਾ। ਉਹ ਕੀ ਹੈ? ਤੁਸੀਂ ਰੋਜ਼ ਬਾਣੀ 'ਚ ਪੜ੍ਹਦੇ ਹੋ, ਭਰੀ ਹੈ ਮਤ ਪਾਪਾਂ ਕੈ ਸੰਗ ਉਹ ਧੋਪੈ, ਗੱਜ ਕੇ ਬੋਲੋ, ਉਹ ਧੋਪੈ। ਕੇਵਲ ਨਾਮ ਦੇ ਰੰਗ ਦੇ ਨਾਲ ਇਸ ਮਨ ਨੂੰ ਧੋਤਾ ਜਾ ਸਕਦਾ ਹੈ। ਫਿਰ ਬਦੋ ਬਦੀ ਤੁਸੀਂ ਸਵਾਲ ਕਰ ਸਕਦੇ ਹੋ, ਮਹਾਰਾਜ ਇੱਕ ਬਚਨ ਦੱਸੋ ਬਈ ਨਾਮ ਦਾ ਕਿਹੜਾ ਰੰਗ ਹੁੰਦਾ? ਨਾਮ ਦਾ ਕਿਹੜਾ ਰੰਗ ਹੁੰਦਾ? ਕੋਈ ਕਾਲਾ, ਕੋਈ ਚਿੱਟਾ, ਕੋਈ ਪੀਲਾ, ਕੋਈ ਨੀਲਾ, ਕੋਈ ਹਰਾ, ਕਿਹੜਾ ਰੰਗ ਹੈ ਨਾਮ ਦਾ? ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲੇ ਵੀ ਨਾਮ ਦਾ ਕੋਈ ਰੰਗ ਹੈਗਾ? ਤੁਸੀਂ ਕਲਪਨਾ ਕਰੋ ਵੀ ਨਾਮ ਦਾ ਕੋਈ ਰੰਗ ਹੁੰਦਾ? ਇੱਥੇ ਮਹਾਰਾਜ ਨੇ ਕਿਹਾ ਉਹ ਧੋਪੇ ਨਾਵੇਂ ਕੇ ਰੰਗ, ਨਾਮ ਦੇ ਰੰਗ ਦੇ ਨਾਲ ਧੋਤਾ ਜਾਏਗਾ। ਨਾਮ ਦਾ ਕਿਹੜਾ ਰੰਗ ਹੁੰਦਾ? ਇੱਥੇ ਰੰਗ ਦੇ ਅਰਥ ਨੇ ਪ੍ਰੇਮ। ਪ੍ਰੇਮ, ਕੇਵਲ ਪ੍ਰੇਮ ਨਾਲ ਜਪਿਆ ਹੋਇਆ ਨਾਮ ਹੀ ਇਸ ਮਨ ਨੂੰ ਨਿਰਮਲ ਕਰਦਾ ਹੈ। ਕੋਈ ਹੋਰ ਢੰਗ ਨਹੀਂ ਹੈ, ਕੋਈ ਹੋਰ ਜੁਗਤੀ ਨਹੀਂ, ਕੋਈ ਹੋਰ ਤਰੀਕਾ ਨਹੀਂ। ਕੇਵਲ ਇਸ ਮਲੀਨ ਮਨ ਨੂੰ ਨਿਰਮਲ ਕਰਨ ਦੀ ਜੁਗਤੀ ਪੂਰਾ ਗੁਰੂ ਦੱਸ ਰਿਹਾ। ਇਹ ਮਨੁੱਖ ਤੂੰ ਗੁਰੂ ਕੀ ਬਾਣੀ ਪੜ੍ਹ, ਪ੍ਰੇਮ ਨਾਲ ਪੜ੍ਹ, ਗੁਰੂ ਦੇ ਦੱਸੇ ਹੋਏ ਨਾਮ ਨੂੰ ਜਪ, ਪ੍ਰੇਮ ਨਾਲ ਜਪ। ਇਹ ਪ੍ਰੇਮ ਨਾਲ ਜਪਿਆ ਹੋਇਆ ਤੇਰਾ ਨਾਮ ਸਾਰਥਕ ਹੋਏਗਾ। ਤੁਸੀਂ ਆਏ ਹੋ, ਜਿੰਨੇ ਆਏ ਹੋ, ਅੱਜ ਦੇ ਭਾਈ ਸਾਹਿਬ ਜੀ ਨੇ ਅੰਮ੍ਰਿਤਮਈ ਬਾਣੀ ਦੇ ਵਿੱਚ ਬਚਨ ਪੜ੍ਹਿਆ ਸੀ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਜੀ ਜਨ ਸਰਬਤ ਨਾਉ ਤੇਰਾ ਧਿਆਵਣਾ, ਭਗਤ ਜਨਾ ਕੇ ਸੰਗ ਪਾਪ ਗਵਾਵਣਾ। ਇਸ ਪਾਵਨ ਪਵਿੱਤਰ ਪੰਕਤੀਆਂ ਦੀ ਵਿਚਾਰ ਆਪਾਂ ਆਰੰਭ ਕਰਦੇ ਹਾਂ। ਜਿੰਨੇ ਆਪ ਬੈਠੇ ਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦਾ ਧਿਆਨ ਧਰੋ। ਆਪਣੇ ਭਜਦੇ ਦੌੜਦੇ ਵਿਚਾਰਾਂ ਨਾਲ ਭਰੇ ਹੋਏ ਮਨ ਨੂੰ ਇੱਕ ਵੇਰਾ ਗੁਰੂ ਕੇ ਸ਼ਬਦ ਵਿੱਚ ਟਿਕਾਉਣ ਵਾਸਤੇ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ, ਗੱਜ ਕੇ ਆਖੋ ਜੀ, ਸਤਿਨਾਮ ਸ਼੍ਰੀ, ਸਤਿਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਵਾਹਿਗੁਰੂ। ਮਹਾਰਾਜ ਉਚਾਰਨ ਕਰਦੇ ਨੇ, ਪਰਿਪੂਰਨ ਪਰਮਾਤਮਾ ਦੁਨੀਆ ਦੇ ਤਖਤੇ ਦੇ ਉੱਤੇ ਕੇਵਲ ਤੇ ਕੇਵਲ ਇੱਕੋ ਇੱਕ ਦਾਤਾ ਹੈ। ਇੱਕ ਦਾਤਾ ਸਭ ਜਗਤ ਭਿਖਾਰੀ। ਭਿਖਾਰੀਆਂ ਦੀ ਗਿਣਤੀ ਕਿੰਨੀ ਕੁ ਹੈ? ਧਿਆਨ ਦਿਓ, ਕਾਊਂਟ ਕਰੋ। ਜਿੰਨੀ ਕੁ ਆਬਾਦੀ ਹੈ ਇਸ ਟਾਈਮ ਹਿੰਦੁਸਤਾਨ ਦੀ, ਵਰਨ ਪੂਰੇ ਸੰਸਾਰ ਦੀ, ਕਿੰਨਾ ਕੁ ਵੱਡਾ ਦਾਤਾ ਹੈ, ਕਿੰਨਾ ਉਹਦਾ ਅਖੁੱਟ ਖਜ਼ਾਨਾ ਹੈ, ਮਹਿਸੂਸ ਕਰੋ। ਅਗਰ ਆંકੜਿਆਂ ਦੇ ਹਿਸਾਬ ਨਾਲ ਕਾਊਂਟਿੰਗ ਕੀਤੀ ਜਾਵੇ ਤੇ ਹਿੰਦੁਸਤਾਨ ਦੀ ਆਬਾਦੀ ਲਗਭਗ ਕੋਈ 130 ਕਰੋੜ ਹੈ। 130 ਕਰੋੜ। ਤੇ ਸਾਰੇ ਸੰਸਾਰ ਦੀ ਕਾਊਂਟਿੰਗ ਕੀਤੀ ਜਾਵੇ ਤੇ ਲਗਭਗ ਕੋਈ 750 ਕਰੋੜ ਤੋਂ ਜ਼ਿਆਦਾ ਆਬਾਦੀ ਇਸ ਧਰਤੀ ਦੇ ਉੱਤੇ ਹੈ। ਸਾਰਿਆਂ ਦਾ ਦਾਤਾ ਇੱਕ ਪਰਮਾਤਮਾ, ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਇੱਕ ਦਾਤਾ। ਔਰ ਮਿੰਟ ਮਿੰਟ ਤੇ ਉਹ ਹਰੇਕ ਦੀ ਪਾਲਣਾ ਕਰ ਰਿਹਾ, ਹਰ ਸੈਕਿੰਡ ਤੇ ਪਾਲਣਾ ਕਰ ਰਿਹਾ। ਹਰ ਸੈਕਿੰਡ ਵਿੱਚ ਉਹ ਹਰ ਜੀਅ ਦੀ ਕੋਈ ਨਾ ਕੋਈ ਲੋੜ ਪੂਰੀ ਕਰ ਰਿਹਾ। ਕਿੰਨਾ ਕੁ ਬੇਅੰਤ ਹੈ ਉਹ, ਕਿੰਨਾ ਕੁ ਬੇਅੰਤ ਹੈ। ਫਿਰ ਇਹਨਾਂ ਦੀ ਤੇ ਗੱਲ ਹੀ ਛੱਡੋ। 750 ਕਰੋੜ ਦੁਨੀਆ ਦੀ ਤੇ ਗੱਲ ਛੱਡ ਹੀ ਦਿਓ ਨਾ। ਜਿਹੜੀ ਬਾਕੀ 84 ਲੱਖ ਜੂਨਾਂ ਨੇ ਉਹਨਾਂ ਨੂੰ ਕੌਣ ਰਿਜ਼ਕ ਦੇ ਰਿਹਾ? ਜਿਹੜੇ ਬਾਕੀ 84 ਲੱਖ ਜੂਨ ਨੇ ਉਹਨਾਂ ਨੂੰ ਤੇ ਰਿਜ਼ਕ ਇੱਕੋ ਹੀ ਦਾਤਾ ਦੇ ਰਿਹਾ। ਇੱਕ ਥਾਂ ਤੇ ਮਹਾਰਾਜ ਨੇ ਬਾਣੀ ਦੇ ਇੱਕ ਥਾਂ ਤੇ ਬਚਨ ਉਚਾਰਿਆ, ਰੇ ਚਿਤ ਚੇਤਸ ਕੀ ਨ ਦਿਆਲ ਦਮੋਦਰ ਵਿਬਹਿ ਨ ਜਾਣੈ ਕੋਈ, ਜੇ ਧਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ।
जननी केरे उदर उदक में पिंड किया दस द्वारा, दे आहार अगन में राखे ऐसा खसम हमारा। कुम्मी जल माए तंतिस बाहर, पंख खीर तिन नाही, पूरन परमानंद मनोहर। समझ देख मन माही पाखण कीट, गुप्त होए रहता तांचो मार्ग नाई। कहे धन्ना पूरण ताहू को, मत रे जी डराई। ਇਹ ਸ਼੍ਰੀ ਧੰਨਾ ਜੀ ਦਾ ਪਾਵਨ ਪਿੱਤਰ ਸ਼ਬਦ ਹੈਗਾ ਆਸਾ ਰਾਗ ਦੇ ਵਿੱਚ। ਤੇ ਸ਼੍ਰੀ ਧੰਨਾ ਜੀ ਉਚਾਰਨ ਕਰਦੇ ਨੇ, ਐ ਮੇਰੇ ਮਾਲਿਕ ਤੂੰ ਇੱਕੋ ਇੱਕ ਐਸਾ ਦਾਤਾ ਹੈ ਜੋ ਸਾਰਿਆਂ ਨੂੰ ਰਿਜ਼ਕ ਦੇ ਰਿਹਾ। ਕਿੱਥੇ ਤੱਕ ਤੂੰ ਰਿਜ਼ਕ ਅਪਣਾ ਰਿਹਾ? ਦੇਖੋ ਸ਼੍ਰੀ ਧੰਨਾ ਜੀ ਦੀ ਨਜ਼ਰ, ਕਹਿੰਦੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਕੱਛੂ ਕੁੰਮਾ ਜਿਹੜਾ ਹੈ ਉਹ ਆਪਣੇ ਬੱਚੇ ਜਿਹੜਾ ਹੈਗਾ ਧਰਤੀ ਦੇ ਉੱਤੇ ਦਿੰਦਾ, ਅੰਡੇ ਦਿੰਦਾ, ਧਰਤੀ ਦੇ ਉੱਤੇ ਦਿੰਦਾ, ਉੱਥੇ ਬੱਚੇ ਹੁੰਦੇ ਨੇ। ਆਪ ਰਹਿੰਦਾ ਹੈ ਪਾਣੀ ਦੇ ਵਿੱਚ। ਬੱਚਿਆਂ ਦੀ ਪ੍ਰਤਪਾਲਨਾ ਕਿਸ ਤਰ੍ਹਾਂ ਕਰਦਾ ਹੈ? ਜਦੋਂ ਬੱਚੇ ਅੰਡੇ 'ਚੋਂ ਬਾਹਰ ਆਉਂਦੇ ਨੇ ਤੇ ਬੱਚੇ ਨੂੰ, ਨਿੱਕੇ ਨਿੱਕੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਸਤੇ ਕੱਛੂ ਕੁੰਮੇ ਦੇ ਅੰਗ ਕੋਈ ਨਹੀਂ ਹੈਗੇ। ਪੰਖ ਖੀਰ ਤਿੰਨ ਨਾਹੀ, ਖੀਰ ਦੇ ਅਰਥ ਹੁੰਦੇ ਨੇ ਦੁੱਧ ਪਿਲਾਉਣ ਵਾਲੇ ਅੰਗ ਹੀ ਕੋਈ ਨਹੀਂ ਹੈਗੇ ਛੋਟੇ ਛੋਟੇ ਬੱਚਿਆਂ ਨੂੰ। ਤੇ ਛੋਟੇ ਬੱਚੇ ਤੇ ਰਹਿੰਦੇ ਹੀ ਦੁੱਧ ਦੇ ਆਸਰੇ ਨੇ, ਤੇ ਦੁੱਧ ਉਹਨਾਂ ਨੂੰ ਨਹੀਂ ਮਿਲਦਾ, ਉਹ ਕਿਸ ਤਰ੍ਹਾਂ ਜਿੰਦਾ ਰਹਿੰਦੇ ਨੇ? ਫਿਰ ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਦੇਖੋ ਪਰਿਪੂਰਨ ਪਰਮਾਤਮਾ ਕਿਸ ਤਰ੍ਹਾਂ ਸਾਰਿਆਂ ਦੀ ਰਾਖੀ ਕਰ ਰਿਹਾ, ਕਿਸ ਤਰ੍ਹਾਂ ਸਾਰਿਆਂ ਨੂੰ ਪਾਲਦਾ ਪਿਆ। ਦੂਸਰਾ ਦ੍ਰਿਸ਼ਟਾਂਤ ਦਿੰਦੇ ਨੇ, ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀ। ਇੱਕ ਪੱਥਰ ਹੈ, ਇੱਕ ਪੱਥਰ ਨੂੰ ਤੋੜੋ, ਬਾਹਰੋਂ ਦੇਖੋ ਤੇ ਬਿਲਕੁਲ ਸਾਬਤ ਹੈਗਾ, ਤੋੜੋ ਤੇ ਅੰਦਰੋਂ ਕੀੜਾ ਨਿਕਲਦਾ ਹੈ। ਪਾਖਣ ਬੋਲਦੇ ਨੇ ਪੱਥਰ ਨੂੰ। ਪਾਖਣ ਕੀਟ ਗੁਪਤ ਹੋਏ ਰਹਿਤਾ, ਬਾਹਰੋਂ ਬੰਦੇ ਗੁਪਤ ਬੈਠਾ ਅੰਦਰ ਪੱਥਰ ਦੇ ਵਿੱਚ। ਪੱਥਰ ਨੂੰ ਤੋੜੋ, ਅੰਦਰੋਂ ਕੀੜਾ ਨਿਕਲਦਾ ਹੈ। ਕਹਿੰਦੇ ਉਹਨੂੰ ਰਿਜ਼ਕ ਕੌਣ ਦੇ ਰਿਹਾ ਫਿਰ ਉੱਥੇ ਬੈਠ ਕੇ? ਪਾਖਣ ਕੀਟ ਗੁਪਤ ਹੋਏ ਰਹਿਤਾ ਤਾਂਚੋ ਮਾਰਗ ਨਾਹੀ। ਕਹੇ ਦੰਨਾ ਪੂਰਨ ਤਾਹੂ ਕੋ, ਮਤ ਰੇ ਜੀ ਡਰਾਈ। ਭਾਈ ਸਾਹਿਬ ਭਾਈ ਕਨਈਆ ਜੀ, ਭਾਈ ਕਨਈਆ ਜੀ ਦੇ ਕੋਲ ਇੱਕ ਗੁਰਮੁਖ ਪਿਆਰਾ ਆਇਆ, ਤੇ ਭਾਈ ਕਨਈਆ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਿਆਨ ਭਗਤ ਸਨ। ਬ੍ਰਹਮ ਗਿਆਨ ਦੀ ਉਹਨਾਂ ਨੂੰ ਪ੍ਰਾਪਤੀ ਹੋ ਚੁੱਕੀ ਸੀ। ਸੇਵਾ ਤੋਂ ਉਹਨਾਂ ਦੇ ਇੰਨੇ ਪ੍ਰਭਾਵਿਤ ਹੋਏ, ਕਲਗੀਧਰ ਪਾਤਸ਼ਾਹ ਉਹਨਾਂ ਨੂੰ ਵਰ ਦੇ ਦਿੱਤਾ। ਇਹ ਆਨੰਦਪੁਰ ਸਾਹਿਬ ਤੋਂ ਫਿਰ ਇੱਕ ਐਸੇ ਇਲਾਕੇ ਦੇ ਵਿੱਚ ਚਲੇ ਗਏ ਜਿੱਥੇ ਆਲੇ ਦੁਆਲੇ ਪਹਾੜੀ ਸੀ ਤੇ ਵਿਚਕਾਰ ਦਰਿਆ ਵਗਦਾ ਸੀ। ਇਹ ਕੋਈ ਹੁਸ਼ਿਆਰਪੁਰ ਤੋਂ ਪਲੇ ਦਾ ਇਹ ਕੋਈ ਇਲਾਕਾ ਸੀ। ਕਹਿੰਦੇ ਨੇ ਉਸ ਕੰਢੇ ਦੇ ਉੱਤੇ ਬੈਠ ਕੇ ਭਾਈ ਸਾਹਿਬ ਜੀ ਬੰਦਗੀ ਕਰਿਆ ਕਰਦੇ ਸੀ, ਏਕਾਂਤ ਦੇ ਵਿੱਚ, ਬਿਲਕੁਲ ਏਕਾਂਤ ਦੇ ਵਿੱਚ ਬੈਠ ਕੇ ਨਾਮ ਜਪਦੇ ਸਨ। ਤੁਹਾਡੇ ਇੱਕ ਮਿੰਟ ਤੁਹਾਡਾ ਧਿਆਨ ਦੇਣਾ ਜਰਾ। ਜਿਹੜੇ ਸਾਧੂ ਮਹਾਤਮਾ ਗੁਰਮੁਖ ਪਿਆਰੇ ਜਿਨ੍ਹਾਂ ਦਾ ਜ਼ਿਕਰ ਬਾਣੀ ਦੇ ਵਿੱਚ ਆਉਂਦਾ ਹੈ, ਜਾਂ ਜਿਨ੍ਹਾਂ ਦੇ ਦ੍ਰਿਸ਼ਟਾਂਤ ਇਸ ਥਾਂ ਦੇ ਉੱਤੇ ਬੈਠ ਕੇ ਸੰਗਤ ਨੂੰ ਸੁਣਾਏ ਜਾਂਦੇ ਨੇ, ਜੇ ਉਹਨਾਂ ਦੀ ਬੰਦਗੀ ਪ੍ਰਵਾਨ ਹੋਈ, ਫਲੀਭੂਤ ਹੋਈ, ਜੇ ਉਹ ਗੁਰੂ ਦੀ ਨਜ਼ਰਾਂ ਪ੍ਰਵਾਨ ਹੋਏ ਤੇ ਸੰਗਤ ਨੇ ਉਹਨਾਂ ਦੇ ਜੈ ਜੈਕਾਰਾਂ ਕੀਤੀਆਂ, ਉਹਨਾਂ ਨੇ ਬੰਦਗੀ ਕੀਤੀ। ਤੇ ਧਿਆਨ ਦੇਣਾ, ਬੰਦਗੀ ਕਰਨ ਵਾਸਤੇ ਇਹਨਾਂ ਸਾਧਾਂ ਨੇ 3 ਸਥਾਨਾਂ ਦੀ ਚੋਣ ਕੀਤੀ। 3 ਅਸਥਾਨਾਂ ਦੀ ਚੋਣ ਕੀਤੀ। ਸਭ ਪ੍ਰਥਮ ਜਾਂ ਤੇ ਪਹਾੜ ਦੇ ਉੱਪਰ ਬਿਲਕੁਲ ਏਕਾਂਤ ਵਿੱਚ, ਜੇ ਉੱਥੇ ਨਹੀਂ ਜਾਂ ਫਿਰ ਜੰਗਲਾਂ ਦੇ ਵਿੱਚ, ਜੇ ਜੰਗਲ ਵੀ ਨਹੀਂ ਤੇ ਫਿਰ ਕਿਸੇ ਗੁਫਾ ਦੇ ਵਿੱਚ, ਗੁਫਾ ਦੇ ਵਿੱਚ ਬੈਠ ਕੇ ਬੰਦਗੀ ਕੀਤੀ। ਔਰ ਜਿੱਥੇ ਵੀ ਕੀਤੀ ਬਿਲਕੁਲ ਏਕਾਂਤ ਥਾਂ ਦੇ ਉੱਤੇ ਬੈਠ ਕੇ ਕੀਤੀ। ਕੋਈ ਸੰਸਾਰੀ ਰੋਲਾ ਪੋਲਾ ਨਾ ਕੰਨ ਦੇ ਵਿੱਚ ਪੈਂਦਾ ਹੋਵੇ। ਟੋਆ ਪੁੱਟ ਕੇ ਇੱਥੇ ਤੱਕ ਬੋਲਿਆ, ਟੋਆ ਪੁੱਟ ਕੇ ਉੱਥੇ ਬੈਠ ਕੇ ਵੀ ਬੰਦਗੀ ਕੀਤੀ ਹੈ। ਬਾਬੇ ਨੰਦ ਸਿੰਘ ਦਾ ਜ਼ਿਕਰ ਕਰਦੇ ਨੇ ਸਾਰੇ, ਬਈ ਉਹਨਾਂ ਨੇ ਥੱਲੇ ਜ਼ਮੀਨ ਦੇ ਥੱਲੇ ਅੰਡਰਗਰਾਊਂਡ ਬੇਸ ਵਿੱਚ ਬੈਠ ਕੇ ਬੰਦਗੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਇਹਨਾਂ ਨੇ ਵੀ ਬਾਬੇ ਬਕਾਲੇ ਬੇਸਮੈਂਟ ਅੰਡਰਗਰਾਊਂਡ ਉੱਥੇ ਬੈਠ ਕੇ ਤਪੱਸਿਆ ਕੀਤੀ, ਬੰਦਗੀ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਹੀ ਉਹ ਸਥਾਨ ਹੈ ਦਰਬਾਰ ਸਾਹਿਬ। ਅੱਜ ਵੀ ਚਲੇ ਜਾਓ ਤੁਸੀਂ, ਤੁਹਾਨੂੰ ਉਤਰ ਕੇ ਭੋਰਾ ਸਾਹਿਬ ਜਿਹਨੂੰ ਬੋਲਦੇ ਨੇ, ਥੱਲੇ ਉਤਰ ਕੇ ਜਾਣਾ ਪੈਂਦਾ, ਉੱਥੇ ਬੈਠ ਕੇ ਬੰਦਗੀ ਕਰਦੇ ਰਹੇ। ਹਾਲਾਂਕਿ 9ਵੇਂ ਪਾਤਸ਼ਾਹ ਦੇ ਰੂਪ ਦੇ ਵਿੱਚ ਜਗਤ ਦੇ ਵਿੱਚ ਪ੍ਰਸਿੱਧ ਹੋ ਚੁੱਕੇ ਸਨ। ਦਰਬਾਰ ਸਾਹਿਬ ਪਹੁੰਚੇ, ਗੁਰੂ ਦਾ ਘਰ ਧੀਰ ਮਲਿਆ ਨੇ ਨਹੀਂ ਵੜਨ ਦਿੱਤਾ, ਗੋਲੀ ਤੱਕ ਚਲਾ ਦਿੱਤੀ। ਮਹਾਰਾਜ ਭੋਰੇ ਦੇ ਵਿੱਚ ਰਹੇ। ਅੱਜ ਵੀ ਉਹ ਸਥਾਨ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਇਹ ਸਾਡੇ ਲਈ ਪ੍ਰਤੀਕ ਸੀ, ਬਈ ਪੁਰਖਾ ਜੇ ਤੂੰ ਬੰਦਗੀ ਕਰਨਾ ਚਾਹੁੰਦਾ ਹੈ,
ਜੇ ਤੂੰ ਗੁਰੂ ਦੀ ਖੁਸ਼ੀ ਹਾਸਲ ਕਰਨਾ ਚਾਹੁੰਦਾ ਹੈ, ਜਾਂ ਤੇ ਸੰਸਾਰੀ ਤਲ ਦੇ ਉੱਤੇ ਬਹੁਤ ਉੱਚਾ ਉੱਠ ਜਾ, ਬਹੁਤ ਉੱਚਾ ਉੱਠ ਜਾ, ਜਾਂ ਸੰਸਾਰ ਦੀਆਂ ਸਾਰੀਆਂ ਮੰਗਾਂ ਤੋਂ ਬਹੁਤ ਨੀਵਾਂ ਹੋ ਜਾ। ਮਨ ਕੋਈ ਮੰਗ ਕਰੇ ਹੀ ਨਾ, ਮੰਗਾਂ ਤੋਂ ਥੱਲੇ ਹੋ ਗਏ। ਇਹ ਪ੍ਰਤੀਕ ਸੀ ਕਿ ਵੀ ਜੇ ਤੁਸੀਂ ਬੰਦਗੀ ਕਰਨੀ ਹੈ, ਤੁਹਾਡੀ ਬੰਦਗੀ ਉਦਨ ਫਲੀਭੂਤ ਹੋਏਗੀ ਜਦੋਂ ਜਾਂ ਤੇ ਤੁਸੀਂ ਸੰਸਾਰ ਤੋਂ ਉੱਤੇ ਉੱਠ ਗਏ, ਪਾਓ ਸੰਸਾਰੀ ਮੰਗਾਂ ਤੋਂ ਉੱਤੇ ਉੱਠ ਗਏ, ਜਾਂ ਫਿਰ ਸੰਸਾਰੀ ਮੰਗਾਂ ਤੋਂ ਬਹੁਤ ਥੱਲੇ ਚਲੇ ਗਏ ਵੀ ਮੰਗ ਦੀ ਲੋੜ ਹੀ ਕੋਈ ਨਹੀਂ। ਇਹ ਪ੍ਰਤੀਕ ਸੀ। ਭਾਈ ਕਨਈਆ ਜੀ ਵੀ ਬਹੁਤ ਇੱਕ ਏਕਾਂਤ ਸਥਾਨ ਦੇ ਉੱਤੇ ਬੈਠੇ ਬੰਦਗੀ ਕਰਦੇ ਨੇ। ਤੇ ਭਾਈ ਸਾਹਿਬ ਭਾਈ ਕਨਈਆ ਜੀ, ਇਹਨਾਂ ਦਾ ਜੀਵਨ ਦੀ ਘਟਨਾ ਤਾਂ ਵੈਸੇ ਆਪਨੇ ਸੁਣੀ ਹੋਏਗੀ, ਸੰਖੇਪ 'ਚ ਅਰਜ਼ ਕਰਾਂ। ਭਾਈ ਕਨਈਆ ਜੀ ਬਚਪਨ ਤੋਂ ਹੀ ਬੰਦਗੀ ਕਰਨ ਵਾਲੇ ਸਨ। ਅੰਦਰ ਕਣੀ ਹੈਗੀ ਸੀ, ਧਿਆਨ ਦੇਣਾ। ਸਾਰੀ ਦੁਨੀਆ ਆਉਂਦੀ ਹੈ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਦੀ ਹੈ। ਗੁਰੂ ਸਾਰਿਆਂ ਨੂੰ ਇੱਕੋ ਵਰਗਾ ਉਪਦੇਸ਼ ਕਰ ਰਿਹਾ ਹੈ। ਇਹ ਨਹੀਂ ਵੀ ਕਿਸੇ ਖਾਸ ਵਰਨ ਨੂੰ ਖਾਸ ਉਪਦੇਸ਼ ਤੇ ਬਾਕੀਆਂ ਨੂੰ ਕੋਈ ਹੋਰ ਉਪਦੇਸ਼, ਨਹੀਂ, ਸਾਰਿਆਂ ਦੇ ਲਈ ਇੱਕੋ ਵਰਗਾ ਉਪਦੇਸ਼, ਇੱਕੋ ਹੀ ਉਪਦੇਸ਼, ਕੋਈ ਵਿਤਕਰਾ ਨਹੀਂ। ਭਾਈ ਕਨਈਆ ਜੀ ਵੀ ਉसी ਸੰਗਤ ਦੇ ਵਿੱਚ ਬੈਠ ਕੇ ਸੇਵਾ ਕਰਦੇ ਨੇ ਜਿੱਥੇ ਬਾਕੀ ਸੰਗਤ ਸੇਵਾ ਕਰਦੀ ਹੈ। ਇੱਕ ਦਿਨ ਸਮਾਂ ਆਇਆ, ਯੁੱਧ ਦਾ ਸਮਾਂ ਸ਼ੁਰੂ ਹੋ ਗਿਆ, ਜੰਗ ਸ਼ੁਰੂ ਹੋ ਗਈ, ਤੇ ਭਾਈ ਕਨਈਆ ਜੀ ਆਪਣੇ ਸੁਭਾਅ ਦੇ ਮੁਤਾਬਿਕ ਸੇਵਾ ਵਿੱਚ ਗਿੱਜੇ ਹੋਏ। ਤੇ ਸੇਵਾ ਕਰਨ ਦਾ ਉਹਨਾਂ ਦਾ ਢੰਗ ਬੜਾ ਨਿਵੇਕਲਾ ਸੀ, ਉਹਨਾਂ ਦਾ ਢੰਗ ਨਿਵੇਕਲਾ ਸੀ ਕਿ ਉਹਨਾਂ ਨੇ ਚਿੱਟੇ ਵਸਤਰ ਪਾ ਲਏ, ਜੰਗੇ ਮੈਦਾਨ ਦੇ ਵਿੱਚ ਕੰਧੇ ਦੇ ਉੱਤੇ ਮੁਸ਼ਕ ਬੰਨ ਲਈ ਚਮੜੇ ਦੀ, ਜਿਹਦੇ ਪਾਣੀ ਪਾਇਆ ਜਾਂਦਾ। ਅੱਜ ਤੇ ਸ਼ਾਇਦ ਅੱਜ ਦੀ ਪੀੜ੍ਹੀ ਨੂੰ ਨਾ ਪਤਾ ਹੋਵੇ ਮੁਸ਼ਕ ਕਿੰਨੋਂ ਬੋਲਦੇ ਨੇ। ਮੈਂ ਆਪਣੇ ਬਚਪਨ ਵਿੱਚ ਬੜੀ ਵਾਰੀ ਵੇਖੀ ਹੈ। ਚਮੜੇ ਦੀ ਇੱਕ ਬੋਰੀ ਹੁੰਦੀ ਹੈ ਜਿਹਨੂੰ ਕਮਰ ਦੇ ਉੱਤੇ ਬੰਨ੍ਹ ਲੈਂਦੇ ਨੇ, ਉੱਤੋਂ ਇੱਕ ਬੈਲਟ ਹੁੰਦੀ ਹੈ, ਉਹ ਬੰਨ੍ਹ ਲੈਂਦੇ ਹੈਗੇ ਨੇ ਪਾਣੀ ਭਰ ਕੇ। ਤੇ ਮੇਰੇ ਛੋਟੇ ਹੁੰਦੇ ਸੜਕਾਂ ਦੇ ਉੱਤੇ ਤੁਰਕਦੇ ਸਨ, ਉਹ ਵਾਲੀ ਮੁਸ਼ਕ ਦੇ ਨਾਲ ਉਹ ਪਾਣੀ ਦੀ ਸੇਵਾ ਕਰਿਆ ਕਰਦੇ ਸਨ। ਤੇ ਉਹਨਾਂ ਨੇ ਆਪਣੇ ਕੰਧੇ ਦੇ ਉੱਤੇ ਇੱਕ ਸਫੇਦ ਰੰਗ ਦੀ ਝੰਡੀ ਬੰਨ੍ਹ ਲਈ, ਸਫੇਦ ਰੰਗ ਦੀ। ਇਹ ਸਫੇਦ ਰੰਗ ਦੀ ਝੰਡੀ ਇੱਕ ਪ੍ਰਤੀਕ ਹੈ, ਅੱਜ ਵੀ ਪ੍ਰਤੀਕ ਹੈ। ਸਫੇਦ ਕਲਰ ਇੱਕ ਪ੍ਰਤੀਕ ਹੈ ਸ਼ਾਂਤੀ ਦਾ, ਸਫੇਦ ਕਲਰ ਪ੍ਰਤੀਕ ਹੈ। ਅੱਜ ਵੀ ਰੈੱਡ ਕਰਾਸ ਵਾਲੀ ਸੁਸਾਇਟੀਆਂ ਨੇ ਸਫੇਦ ਰੰਗ ਦਾ ਆਪਣਾ ਝੰਡੇ ਨੂੰ ਇਖਤਿਆਰ ਕੀਤਾ ਹੈ, ਮੰਨਿਆ ਹੈ, ਉਹਨਾਂ ਨੇ ਐਕਸੈਪਟ ਕੀਤਾ ਹੈ ਵਾਈਟ ਕਲਰ, ਬਈ ਇਹ ਸ਼ਾਂਤੀ ਦਾ ਪ੍ਰਤੀਕ ਹੈ। ਭਾਈ ਕਨਈਆ ਸਾਹਿਬ ਜੀ ਸੇਵਾ ਕਰਦੇ ਨੇ ਇਸ ਤਰੀਕੇ ਦੇ ਨਾਲ, ਬਈ ਮੈਂ ਕੋਈ ਜੰਗੀ ਨਹੀਂ ਹੈਗਾ, ਮੈਂ ਕੋਈ ਲੜਾਈ ਲੜਨ ਵਾਸਤੇ ਇੱਥੇ ਨਹੀਂ ਆਇਆ, ਮੈਂ ਤਾਂ ਸੇਵਾ ਭਾਵ ਤੋਂ ਆਇਆ, ਮੇਰੇ ਵਾਸਤੇ ਸਾਰੇ ਇੱਕੋ ਵਰਗੇ ਹੈਗੇ। ਜਿੱਥੇ ਸਿੱਖਾਂ ਨੂੰ ਪਾਣੀ ਪਿਲਾਇਆ, ਉੱਥੇ ਭਾਈ ਸਾਹਿਬ ਜੀ ਨੇ ਮੁਸਲਮਾਨਾਂ ਨੂੰ ਵੀ ਪਾਣੀ ਪਿਲਾਇਆ। ਐਸੇ ਸਮੇਂ ਦੇ ਵਿੱਚ ਧਿਆਨ ਦੇਣਾ, ਇੱਕ ਐਸਾ ਮੁਸਲਮਾਨ ਸਿਪਾਹੀ ਜਿਹੜਾ ਫੱਟੜ ਹੋ ਚੁੱਕਿਆ ਸੀ, ਉਹਦੇ ਪ੍ਰਾਣ ਅਟਕੇ ਪਏ ਸਨ, ਗਲਾ ਤਰਿਆਇਆ ਹੋਇਆ ਸੀ, ਤੇ ਜੇ ਪਾਣੀ ਮਿਲ ਜਾਵੇ ਤੇ ਜੀਵਨ ਬਚ ਜਾਣਾ ਸੀ। ਕਈ ਵਾਰੀ ਤੁਸੀਂ ਰੱਬ ਨਾ ਕਰੇ ਇਸ ਤਰ੍ਹਾਂ ਦਾ ਕਦੀ ਮੌਕਾ ਬਣੇ ਜਿਹੜੇ ਮਨੁੱਖ ਦਾ ਬਹੁਤਾ ਬਲੱਡ ਨਿਕਲ ਜਾਵੇ, ਬਲੀਡਿੰਗ ਹੋ ਜਾਵੇ, ਐਸੇ ਸਮੇਂ ਦੇ ਵਿੱਚ ਉਹ ਮਨੁੱਖ ਦਾ ਗਲਾ ਕੰਠ ਸੁੱਕਣ ਲੱਗ ਜਾਂਦਾ ਹੈ, ਖੁਸ਼ਕ ਹੋ ਜਾਂਦਾ ਹੈ। ਐਸੇ ਸਮੇਂ ਦੇ ਵਿੱਚ ਕੋਈ ਅਗਰ ਪਾਣੀ ਪਵਾ ਦੇਵੇ ਤੇ ਉਹ ਬੰਦਾ ਬੇਹੋਸ਼ ਹੋਣੋਂ ਬਚ ਜਾਂਦਾ ਹੈ, ਬੇਹੋਸ਼ ਹੋਣ ਤੋਂ, ਨਹੀਂ ਤਾਂ ਬੇਹੋਸ਼ ਹੋ ਜਾਂਦਾ ਹੈ। ਭਾਈ ਸਾਹਿਬ ਨੇ ਤਰਸ ਖਾਧਾ, ਉਸ ਮੁਸਲਮਾਨ ਸਿਪਾਹੀ ਨੇ ਮੂੰਹ 'ਚ ਪਾਣੀ ਪਾਇਆ, ਉਹਦੇ ਪ੍ਰਾਣ ਬਚ ਗਏ। ਇਹ ਗੱਲ ਵੇਖੀ ਸਿੱਖ ਵੀਰਾਂ ਨੇ ਜਾ ਕੇ ਭਾਈ ਸਾਹਿਬ ਨੂੰ ਕੈਦ ਕੀਤਾ ਤੇ ਸ਼ਿਕਾਇਤ ਕੀਤੀ ਕਲਗੀਧਰ ਪਾਤਸ਼ਾਹ ਨੂੰ। ਸੰਖੇਪ ਵਿੱਚ ਬਿਲਕੁਲ ਸ਼ਿਕਾਇਤ ਕੀਤੀ ਹੈ ਭਾਈ ਸਾਹਿਬ ਜੀ ਦੀ। ਕਲਗੀਧਰ ਪਾਤਸ਼ਾਹ ਨੇ ਪੁੱਛਿਆ ਬਈ ਕੀ ਗੱਲ ਹੈ? ਕਹਿੰਦੇ ਮਹਾਰਾਜ ਅਸੀਂ ਲੜਦੇ ਹਾਂ, ਇਹ ਉਹਨਾਂ ਹੀ ਦੁਸ਼ਟਾਂ ਨੂੰ ਪਾਣੀ ਪਿਲਾਉਂਦਾ ਹੈ, ਇਹ ਉਹਨਾਂ ਹੀ ਦੁਸ਼ਟਾਂ ਨੂੰ ਪਾਣੀ ਪਿਲਾਉਂਦਾ। ਤੇ ਭਾਈ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਆਪ ਹੀ ਦੱਸੋ, ਆਪ ਹੀ ਬਚਨ ਕਰੋ ਕਿ ਮੈਂ ਕੋਈ ਗੁਨਾਹ ਕੀਤਾ ਹੈਗਾ, ਕਿ ਮੈਂ ਕੋਈ ਪਾਪ ਕੀਤਾ ਹੈਗਾ। ਆਪ ਦੀ ਹੀ ਬਾਣੀ ਕਹਿੰਦੀ ਹੈ, ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸਕੇ ਬੈਰ ਆਏ, ਸਭ ਕੋ ਮੀਤ ਹਮ ਆਪਨ कीना, हम सब ना के साजन, दूर पर आयो मन का बिरहा, ता मेल कियो मेरे राजन, ना को बैरी नहीं बिगाना, सगल संग हमको बन आई। महाराज ਇਹ ਤੇ ਆਪ ਦੀ ਬਾਣੀ ਬਾਰ-ਬਾਰ ਪੂਰਨੇ ਪਾ ਰਹੀ ਹੈ, ਮੈਂ ਤੇ ਕੇਵਲ ਕਮਾਉਣ ਦੀ ਕੋਸ਼ਿਸ਼ ਕੀਤੀ, ਕਲਗੀਧਰ ਪਾਤਸ਼ਾਹ ਨੇ ਸ਼ਾਬਾਸ਼ ਕੰਠ ਨਾਲ ਲਾਇਆ,
मेरी सेवा ही ना करया करो, जल छकाण की सेवा ना करो, मलम पट्टी की भी सेवा करया करो, लै जाओ लै जाओ। हुण ध्यान दिओ, इत्थों कहानी शुरू होंदी। वो जिहड़ा मुसलमान सी जिन्हों जल पिलाया सी भाई साहब जी ने, उहदे प्राण बच गए, जंग के हालात सुधरे, तो वह एक दिन दरबार साहब विच आया, तो दरबार साहब विच आके कहंदा है, महाराज के चरणों ते सजदा करदा है, मत्था टेकदा है, कहंदा महाराज मैनू अपना सिख बना लो, तुहाडी इस जंग के मैदान दे विच जिन्ने सिपाही आए सन, तुसीं ते देवतियां नूं भेजिया सी, देवतियां नूं भेजिया होया, यह जीवन हरण वाले नहीं, यह तो जीवन दान देने वाले ने। उन्हें सारी घटना दसी भी महाराज एवें एवें होया, इस तरह होया, मैं मरण वाला थी, भाई कन्हैया ने जल छकाया, मेरे प्राण बच के। सारा आनंदपुर साहब का किले दे विच संगत बैठी हुई सुन रही हैगी, तख्त साहब ते सारी संगत सुनती पई। तो उस वेले महाराज ने आख्या बई भाई साहब जी तो हुण ब्रह्म ज्ञान की अवस्था नूं प्राप्त हो चुके हैं, वो फलानी थां ते चले गए, फलानी थां ते चले गए। मुसलमान फकीर ते भी तांग सी कि भी मैं दर्शन करने ने, अंदरों फकीर तबीयत बन चुकी सी। वो दर्शनां दे लई भजदा भजदा उस थां दे उत्ते पहुँच गया जिधर दसिया सी भाई कन्हैया उधर रह गए। कई दिनों का पैंडा तय करके पहुँचा भाई कन्हैया दे कोल, ते भाई कन्हैया के चरणों के उत्ते सजदा करके मत्था टेक के कहता है, भाई साहब जी जे तुसी ना होंदे तो मैं मर चुकिया सी, कदों का मेरा इंतकाल हो चुकिया सी, भोग पै चुकिया सी। ये तुहाडी किरपा नाल मेरे प्राण बचे सन, ते मैं तुहाडे दर्शन दीदार करने वास्ते बड़ा उत्सुक हैगा सी, मैं हर थां तो होके तुहाडे कोल पहुँचिया। ते भाई कन्हैया जी बड़े इत्मीनान नाल, कोई खिजे नहीं, कोई किसी तरह के उत्सुक नहीं होए। तो महाराज ने आख्या कोई नहीं, भाई साहब जी ने आख्या कोई गल नहीं पुरखा, यह सब गुरु के हुक्म विच होया है, जो होया है, जे प्राण तेरे बचे ने तो गुरु के हुक्म दे विच ही बचे ने, तो गुरु गुरु जपिया कर। वो कहता है महापुरखो मैं कुछ भेटा देने वास्ते तुहानूं आया, कुछ भेटा देना चाहता। कहते दो की भेटा देनी चाहते हो। उन्हें अपनी जेब चो एक रतन कढ़िया, बेशकीमती रतन, बेशकीमती रतन कढ़िया, भाई साहब के चरणों के उत्ते मत्था टेकता, यह आप जी वास्ते। भाई साहब जी कह लगे ए की? कहते जी यह पारस पत्थर हैगा, जिन्हों छुआ दो, 8 धातां दे विचों किसी भी धातु नूं छुआ दो, लोहा पित्तल जस्ता तांबा, इस तरह की 8 धातां विचों किसी नूं छुआ दो, यह पारस उन्होंने सोना बना दिंदा है। हुण लालची बंदा तो हुंदा झट जेब भी रख लैंदा। भाई साहब ने उहदे कोलों लिया, लैके नाल ही दरिया वगदा पिया सी, चक के मारिया उहदे विच, ते फकीर हक्का बक्का रह गया, बई हैं मैं तो बड़ी कीमती चीज़ लिया सी आप जी नजराना करने वास्ते, आपनों समझ ही नहीं हैगी, आपनों समझ ही नहीं हैगी, कीमती चीज़ चक के तुसीं एवें सुट्टी हैगी। उस वेले भाई साहब कहन लगे पुरखा जिहड़ी चीज़ तुसीं नजराना भेंट करती, नजराना लैण वाला उहदे नाल कुछ भी करे, इहदे नाल तुहाडा कोई सरोकार नहीं, तुहाडा कोई मतलब नहीं, तुसीं ते भेटा दे दित्ती हैगी। हुण तुसीं किसी नूं गिफ्ट दिओ, उस गिफ्ट नूं वो जो मर्जी करे, उसदा गिफ्ट नाल मतलब हैगा गिफ्ट लैण वाले नाल। जिन्हें गिफ्ट देता वो एक पासे हो गया, उसकी ड्यूटी खत्म हो गई। हुण जिहदे कोल गिफ्ट पहुँच गया, वो गिफ्ट नाल की करदा है की नहीं करदा, इहदे नाल मेरा कोई मतलब नहीं है। मगर भाई साहब जी दिन उसके सामने ही वो चक के दरिया में सुट्टता, हक्का बक्का रह गया। कहता भाई साहब जी शायद तुहानूं पता ही नहीं हैगा फिर यह किन्ना बेशकीमती नजराना सी। ते उस वेले भाई साहब जी कहन लगे पुरखा फिर तैनों भी नहीं पता, ए निक्के जे रतन के टुकड़े नूं तू पारस कह रहे, असल पारस ते गुरु है। गुरु गुरु एक मरी हुई सुरत नूं देवता बना दिंदा है जदों कोई गुरु के चरणों के नाल जुड़ जाए। गुरु पारस है, गुरु ने पारस आख्या बाणी दे विच, गुरु पारस है। जदों कोई गुरु के चरणों के उत्ते आके मत्था टेकदा है, देखो ध्यान दिओ, असी गुरु घर आउंदे हाँ, कल भी कुछ इस तरह के ख्याल चले सन। जिहड़ा भी मनुख गुरुद्वारे आ रहा है, मत्था टेक रहा है, सब की मनोभावना वखरी वखरी, इक्को वर्गी भावना नहीं हैगी। किस तरह? इसदा एक प्रमाण मैं आप जी दे अगे रखा। भाई साहब, भाई गुरदास जी ने एक सवैया उच्चारण किया है,
वो उच्चारण करते हैं, जैसे तो अनेक रोगी आवत है वैद पास। जितना बहुत सारे बीमार बंदे रोगी बंदे वैद के कोल डॉक्टर के कोल जाते हैं, भाई दवाई दिओ, तो वो सारे एक वर्गी दवाई थोड़ी दिंदा, सारे एक वर्गी दवाई थोड़ी दिंदा है। जैसो जैसो रोग तैसो औखद खवावई। जिस तरह की बीमारी उस तरह का इलाज दिंदा, उस तरह की दवाई दे दिंदा। जैसो जैसो रोग तैसो औखद, औखद माने दवाई, उस तरह की दवाई उन्होंने दे दिंदा, दे के चलता करता रहता, एको वर्गी दवाई तो नहीं दिंदा। दूसरा प्रमाण, जैसे तो अनेक जन आवे राजा पास जोग नमित टहल नमित। बेअंत बंदे आंदे ने राजे दे कोल सेवा वास्ते, नौकरी वास्ते, रोजगार वास्ते। जोई जाही जोग तैसी टहल बतावई। ਜਿਹੜਾ जिस तरह की काम करने के योग होंदा है उस तरह का उन्हें सेवा दे दी जाती, भाई जा पुरखा तू यह काम करया कर, तेरे वास्ते यह रोजगार हैगा, तू इस लायक हैगा, यह काम करी। अज भी किसी को रोजगार चाहिए, उसकी योग्यता के अनुसार उन्होंने रोजगार मिलता है। भाई ਜਿਹੜਾ जिस गुणा का मालक होंदा उन्होंने उसी तरह का रोजगार दिता जाता है। वो गल वखरी है, अजकल रोजगार है ही नहीं। वो गल वखरी हैगी है भाई B.Tech करने वाले भी सड़कों के उत्ते झाड़ू मारन को मजबूर है। बड़े बड़े आलम फाजल बनने के बावजूद सड़कों की खाक छानन को मजबूर हो रहे हैं। वो गल वखरी है भी अज रोजगार नहीं दिखा। जिन्हों के कोल हैगे सन, यह पिछले साल का रिजल्ट साढ़े सामने हैगा, चंगे भले काम करते हुए बेचारे खाली बिठा दिते, चंगे भले किरत करते हुए हसते खेडते हुए वेले कर दिते। वो गल वखरी है। मगर आदि काल तो एक नियम चलता आ रहा है, भाई जिहड़ा जिस योग होंदा उन्होंने वही काम दसिया जाता है। तीसरा प्रमाण, जैसे दाता जन पास आवत है अनेक अर्थी। दाता जन बोलिया जाता है जिहड़े दानी सज्जन होंदे। दानी सज्जना के कोल बड़े बंदे आते हैं दान मंगन वास्ते, तो जिद्दी जहो जी मंग हैगी है, जे दानी बहुत वड्डा हैगा तो जिस तरह की कोई मंग मंगदा पिया वो उन्होंने मंग पूरी करता रहता है। भी ऐल हुण मंग है 2 रोटियां की, तो वह कहे नहीं पुरखा तू 2 रोटियां ना लै, तू ए लै जा, तो फिर दाता तो ना होया ना। मंग कुछ हो रहे तो दे कुछ हो रहा है। इत्थे भाई साहब भाई गुरदास जी उच्चारण करते हैं भी जिस तरह एक दानी सज्जन के कोल कोई अपनी मंग लैके जाता है, तो दानी सज्जन जिहड़ा है वो उन्होंने उसी तरह की उसकी मुराद पूरी करता रहता है। ठीक इसी तरह गुर चरण शरण आवत है अनेक सिग। गुरु के चरणों के सजदा करने वास्ते बेअंत संगत आती है, बेअंत संगत आती है। मगर सारिਆਂ ਦੀ मानसिक स्थिति इक्को वर्गी थोड़ी होती है, इक्को वर्गी थोड़ी होती। कोई किसी मनोकामना करके, कोई किसी मनोभावना करके गुरुद्वारे आउंदा है, तो जिहड़ा जिस तरह का होंदा है पूरा गुरु जिहड़ा है वो अंतरजामी है। तो अंतरजामी गुरु जिहड़ी जिस तरह की कामना होंदी है सारिਆਂ दी कामना उन्होंने झोली दे विच पाउंदा है, सारिਆਂ दी कामना पूरी करता है। कितना पूरी करता है? तुसीं रोज़ पढ़ते हो ना, एक शब्द पढ़ते हैं संगत दे विच, आम तौर पर रागी सिंह भी पढ़ते हैं तो संगत भी बड़ी पढ़ती है चाह दे नाल। बई जो मांगे ठाकुर अपने ते, गज के बोलो, जो मांगे ठाकुर अपने ते सोई सोई देवे। सानू इन्ना भरोसा है भी असी अपने गुरु कोलों जो मंगांगे यह गुरु देंदा है, और गुरु ने तो अपनी कलम नाल लिखता। तुसीं मंगो तो सही, वो देन नूं तैयार बैठा है। हुण कल भी कुछ इस तरह के ख्याल आए सन, तुसीं मंगदे हैगे हो, वो देंदा है, उसका सुभाव है देना ही देना। साईं सबको देत है, साईं सबको देत है। अकबर के दरबार के एक नौरतन होए ने, उन्होंने नाम है रहीम। 10वीं जमात तक उन्होंने ना दोहे पढ़ाए जाते सन। रहीम जी दे बड़े फकीर तबीयत इंसान सन, तो अकबर की पालना पोषना भी रहीम जी ने ही की सी छोटे होंदे। तो रहीम जी बड़े उच्च चोटी के कवि सन। तो रहीम जी तबीयत तो जिस तरह कवि सन, तो कवि कोमल हिरदा होंदा है, तो जिहड़े कोमल हिरदे के मालक होंदे ने, जे उन्हां कोल समर्था हैगी तो वह दानी भी बड़े वड्डे दानी सन। कौन? श्री रहीम। अपने कोल बड़े बड़े धन के चट्टे लगा लेने, लैना लगियां होनी लैन वालियां दियां, तो जिहड़ा कोई आंदा सी कवि रहीम जी मुट्ठी भर भर के सारिਆਂ ਦੀ ਝੋਲੀ 'ਚ पाई जाते सन। लो जी
लो जी खुश हो, चलते रहो। एक मंगत आया, मंगण वाला फकीर आया, तो जदों श्री रहीम ने मुट्ठी भर के उसकी झोली दे विच पाण लगे तो उन्हें हथ फड़ लिया। कहने लगा रहीम जी एक गल दसो, एक गल का जवाब दिओ मैनू। तुहाडा हथ उपर है, देण वाले का हथ उत्ते ही हुंदा है, जिहड़ा दिंदा हैगा दान करदा उहदा हथ उपर हुंदा है। कहंदे देण वाले दे जदों हथ उत्ते ते उहदी नज़रां भी उत्ते होंदियां। ओबीअसली तुसीं दान कर रहे हो, दे रहे हो, तुसीं हथ ते उपर कीता है मगर नज़रां तुहाड़ियां बहुत नीवियां हो गईयां, तुसीं नज़रां झुका लैंदे हो, यह क्यों, की कारण है इसदा? तो उस वेले श्री रहीम ने एक बचन उच्चारण किया। रहीम जी कहते ने साईं सबको देत है। देण वाला तो एक दाता हैगा, वो तो सारिਆਂ ਨੂੰ दे रहा है, मैं तो केवल एक जरिया हैगा, माध्यम हैगा। देण वाला वो है। साईं सबको देत है जो भुखत दिन रात दे रहा है, सब नूं दे रहा है। साईं सबको देत है जो भुखत दिन रैन, लोग गुमा मुझ पे करे याते नीचे नैन। गुमा के अर्थ होंदे ने इत्थे बई लोकी मेरी उपमा करते फिरते हैं, बई मैं दान किया है। रहीम दानी हैगा, रहीम ए दान करता हैगा। कहते ए सुन के मेरी नज़रां शर्म नाल चुक जांदियां ने, बई मैं थोड़ी दे रहा, ए ते परमात्मा दे रहा है, वो दाता दे रहा, मैं तो केवल एक माध्यम हैगा, एक माध्यम। इत्थे महाराज उच्चारण करते हैं भी जोए जेड़ा जेड़ा आंदा हैगा, जिद्दी जैसी मनोकामना है गुरु देंदा है। असी पढ़ते हाँ, गुनगुनाते हाँ, सुनते हाँ, जो मांगे ठाकुर अपने ते सोई सोई दे। फिर कोई शक भी कर सकता है बई असी तो बचपन तो यह मंग मंग के आ रहे हैं, अज तक तो दिती नहीं हैगी गुरु ने, अज तक तो दिती नहीं, पूरी तो होई नहीं मेरी मंग। तो फिर या तो गुरु गलत है या फिर गुरु ने जो बयान किया है वो गलत है। ध्यान देना, हम कईयां दे मन दे विच क्वेश्चन मार्क सवाल हो सकता है भी महाराज कह की रहे हैं। एक पासे वो कह रहे हैं भी वो सारिਆਂ ਨੂੰ ਦਿੰਦਾ है, जो कोई मंगता है, मैं तो मंग रहा, मैंने तो मिलिया नहीं, प्राप्त नहीं होया, ऐसा की कारण है? देखो सधारण जी गल है, परिपूर्ण परमात्मा के दान देन का एक विधान है, एक नियम है, एक नियम है। तुसीं कदी वेख्या भी मैं आके कोई चीज़ मंगा गुरु दे कोलों, मैं क्या गुरुदेव मैनू एक गड्डी बख्शो, तो गुरु ने यह तो नहीं कहा भी पुरखा ए पई आ चाबी, बाहर गड्डी खलोती आ, लै जा। मैं मंगया महाराज मैनू रहन वास्ते मकान बख्शो, मैं किराए के मकानों के उत्ते धक्के खांदा पिया, बड़ी दुनिया किराए के मकानों के उत्ते रहिंदी, मैं गुरु कोई कृपा करो मैं अपने मकान दे विच चला जावां, मेरे सिर के उत्ते भी कुल्ली होवे, छत होवे। तो गुरु ने यह तो नहीं कहा भी ए फ्लैट दीयां चाबियां ने लै जा, तू लै जा, इतना तो नहीं होंदा ना। फिर किस तरह देंदा वो? परिपूर्ण परमात्मा दे देण का भी एक विधान है, वो गुरु अर्जन देव महाराज जी ने बख्शिश किया हैगा ऐसी शब्द दे विच बई उहदे देण का विधान की है। सुखमनी साहिब जी की अमृतमई बाणी तुसीं पढ़दे हो ना, सरब निधान जाकी दृष्टि माए, बोलो सारे, सरब निधान जाकी दृष्टि माए। सारे निधान खजाने परिपूर्ण परमात्मा की नज़रां दे विच ने, नज़रां दे विच हुण सब कुछ उसकी नज़रां दे विच पिया। ऐसी शब्द दियां पहलियां पंक्तियां दे विच महाराज ने उच्चारण किया है, कृपा कटाक्ष अवलोकन कीनो दास का दुख बिदारियो। ਇਹਦੇ अर्थ बनते ने जदों परिपूर्ण परमात्मा अपनी मेहर की नज़र के नाल किसी दे वल तकदा है, तकदियां ही उसदे दुख दूर हो जाते, उसदे दुख सारे ही दूर हो जाते। फिर ऐदा की अर्थ हैगा? एक थां ते महाराज ने बाणी च इतना भी आख्या बई सबना ऊपर नज़र प्रभ तेरी, किसे थोड़ी किसे है कनेरी। फिर एक बारी सारे पढ़ना नाल नाल, सबना ऊपर नज़र प्रभ तेरी, किसे थोड़ी किसे है कनेरी। किसी के उत्ते वादे तेरी नज़र, किसी के उत्ते घट। इस तरह क्यों बई, वितकरा क्यों कर रहे हो? फिर तुसी आसमान दे विचों जदों सूरज दीयां किरणां पैंदियां ने, किसी दे नाल वितकरा थोड़ी करदियां ने बई मैं अमीर के उत्ते घट पैनी तो गरीब के उत्ते वध पैनी, या अमीर ते वध पैनी गरीब ते घट पैनी। जदों ठंड हुंदी गर्मी हुंदी है, इक्को वर्गा ताप लगदा सारी जगत नूं।
ਜਦੋਂ ਆਸਮਾਨ ਤੋਂ ਮੀਂਹ ਪੈਂਦਾ ਇੱਕੋ ਵਰਗਾ ਲੱਗਦਾ ਸਭ ਨੂੰ, ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ, ਇੱਕੋ ਵਰਗਾ ਲੱਗਦਾ। ਗਰਮੀ ਸਰਦੀ, ਸੂਰਜ ਦੀਆਂ ਕਿਰਨਾਂ, ਬਾਰਿਸ਼, ਦਿਨ ਰਾਤ, ਸਭ ਦਾ ਵਿਧਾਨ ਇੱਕੋ ਵਰਗਾ ਹੈ ਸਾਰਿਆਂ ਵਾਸਤੇ। ਬਈ ਐਸਾ ਨਹੀਂ ਹੈ ਵੀ ਗਰੀਬ ਨੂੰ ਰਾਤ ਵੇਲੇ ਹਨੇਰਾ ਲੱਗਦਾ, ਅਮੀਰ ਨੂੰ ਨਹੀਂ ਲੱਗਦਾ, ਸਾਰਿਆਂ ਨੂੰ ਇੱਕੋ ਵਰਗਾ ਹੀ ਲੱਗਦਾ। ਇੱਥੇ ਮਹਾਰਾਜ ਕਿਉਂ ਉਚਾਰਨ ਕਰਦੇ ਵੀ ਕਿਸੇ ਦੇ ਉੱਤੇ ਤੇ ਤੇਰੀ ਮਿਹਰ ਜ਼ਿਆਦਾ ਹੈਗੀ ਤੇ ਕਿਸੇ ਦੇ ਉੱਤੇ ਘੱਟ ਹੈਗੀ, ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਇਹਦੇ ਅਰਥ ਕੀ ਨੇ? ਸਿੱਧੇ ਜਿਹੇ ਅਰਥ ਜੀ, ਬਿਲਕੁਲ ਸਿੱਧੇ ਜਿਹੇ ਸਧਾਰਨ ਜਿਹੇ ਅਰਥ ਨੇ। ਸਪੋਜ਼ ਕਰੋ ਇੱਕ ਪਿਓ ਦੇ 4 ਪੁੱਤਰ ਨੇ, 4 ਪੁੱਤਰ, 4 ਪੁੱਤਰਾਂ ਦੇ ਵਿੱਚੋਂ 2 ਪੁੱਤਰ ਤੇ ਹੈਗੇ ਨੇ ਆਗਿਆਕਾਰੀ। ਉਹ ਆਪਣੀ ਪਿਓ ਦੇ ਹਰ ਹੁਕਮ ਨੂੰ ਹਰ ਵੇਲੇ ਮੰਨਣ ਨੂੰ ਤਿਆਰ ਬੈਠੇ ਨੇ। ਗੁਰੂ ਹੁਕਮ ਕਰੇ ਆਪਾਂ ਮੰਨਣ ਨੂੰ ਤਿਆਰ। ਪਿਤਾ ਜੀ ਹੁਕਮ ਕਰਨ ਅਸੀਂ ਮੰਨਣ ਨੂੰ ਤਿਆਰ। ਪਿਤਾ ਨੇ ਕਿਹਾ ਇਹ ਕੰਮ ਕਰਨਾ, ਜੀ ਹਜ਼ੂਰ ਕਰਤਾ। ਪਿਤਾ ਨੇ ਕਿਹਾ ਇਹ ਕੰਮ ਕਰਨਾ ਬੇਟਾ, ਕਰਤਾ। ਪਿਤਾ ਨੇ ਕਿਹਾ ਉੱਥੇ ਨਹੀਂ ਜਾਣਾ, ਜੀ ਪਿਤਾ ਜੀ ਨਹੀਂ ਜਾਵਾਂਗੇ। ਪਿਤਾ ਨੇ ਕਿਹਾ ਇਹ ਕੰਮ ਨਾਜਾਇਜ਼ ਹੈ, ਨਹੀਂ ਕਰਨਾ, ਨਹੀਂ ਕੀਤਾ। ਪਿਤਾ ਨੇ ਕਿਹਾ ਆਪਣੇ ਗੁਰੂ ਦੀ ਬਾਣੀ ਪੜ੍ਹੋ, ਪੜ੍ਹਨੀ ਸ਼ੁਰੂ ਕਰਤੀ, ਹੁਕਮ ਮੰਨਿਆ। ਹੁਣ ਸਿੱਧੀ ਜੀ ਗੱਲ ਹੈ, ਇੱਕ ਪਿਓ ਦੇ 4 ਪੁੱਤਰ ਨੇ, 2 ਤੇ ਕਹਿਣਾ ਮੰਨਦੇ ਨੇ ਤੇ 2 ਨਹੀਂ ਮੰਨਦੇ। 2 ਨਹੀਂ ਮੰਨਦੇ, 2 ਉਹ ਕੰਮ ਕਰਦੇ ਨੇ ਜੋ ਪਿਤਾ ਨੇ ਕਿਹਾ ਵੀ ਇਹ ਕੰਮ ਕਰਨੇ, ਉਹ ਨਹੀਂ ਕਰਦੇ। ਹੁਣ ਸਿੱਧੀ ਜੀ ਗੱਲ ਹੈ, ਭਾਵੇਂ ਪੁੱਤਰ ਤੇ ਇੱਕੋ ਹੀ ਪਿਓ ਦੇ ਨੇ, ਪਰ ਖੁਸ਼ੀ ਦੇ ਪਾਤਰ ਕਿੰਨੇ ਬਣਨਗੇ ਆਪਣੇ ਪਿਓ ਦੇ? ਜਿਨ੍ਹਾਂ ਨੇ ਹੁਕਮ ਮੰਨਿਆ ਹੈ, ਜਿਨ੍ਹਾਂ ਨੇ ਹੁਕਮ ਮੰਨਿਆ ਹੈ। ਠੀਕ ਇਸੇ ਤਰੀਕੇ ਸਾਰਿਆਂ ਦੇ ਉੱਤੇ ਪਰਿਪੂਰਨ ਪਰਮਾਤਮਾ ਦਾ ਹੱਥ ਤੇ ਇੱਕੋ ਵਰਗਾ ਹੀ ਹੈ, ਨਜ਼ਰ ਤੇ ਇੱਕੋ ਵਰਗੀ ਹੈ, ਮਗਰ ਕੋਈ ਆਪਣੇ ਪਿਓ ਦੀਆਂ ਨਜ਼ਰਾਂ ਦੇ ਵਿੱਚ ਆ ਜਾਂਦੇ ਨੇ, ਉਹਦਾ ਹੁਕਮ ਮੰਨ ਕੇ ਤੇ ਪ੍ਰਵਾਨ ਹੋ ਜਾਂਦੇ ਨੇ। ਕੋਈ ਬਿਲਕੁਲ ਹੀ ਪਿੱਛੇ ਬੈਠੇ ਹੁੰਦੇ ਨੇ, ਪ੍ਰਵਾਨ ਹੀ ਨਹੀਂ ਹੁੰਦੇ। ਕਿਉਂ? ਕਹਿਣਾ ਹੀ ਨਹੀਂ ਮੰਨਿਆ ਆਪਣੇ ਪਿਓ ਦਾ, ਪਿਓ ਦਾ ਕਹਿਣਾ ਹੀ ਨਹੀਂ ਮੰਨਿਆ। ਇਸ ਕਰਕੇ ਮਹਾਰਾਜ ਨੇ ਉਚਾਰਨ ਕੀਤਾ, ਕਿਸੇ ਥੋੜੀ ਕਿਸੇ ਹੈ ਕਨੇਰੀ। ਨਜ਼ਰ ਤੇ ਹੈ ਬਈ ਪੁੱਤਰ ਤੇ ਉੱਦਾਂ ਹੀ ਆ ਨਾ, ਚਾਹੇ ਨਲਾਇਕ ਹਾਂ ਜਾਂ ਲਾਇਕ ਹਾਂ ਤੇ ਆਪਣੇ ਪਿਓ ਦੇ ਹੀ। ਮਗਰ ਜਦੋਂ ਗੁਰੂ ਦੀ ਕਿਰਪਾ ਦੀ ਪਾਤਰਤਾ ਦੀ ਗੱਲ ਬਣਦੀ ਹੈਗੀ ਤੇ ਫਿਰ ਪਾਤਰਤਾ ਉਹਨਾਂ ਨੂੰ ਪ੍ਰਾਪਤ ਹੁੰਦੀ ਜਿਹੜੇ ਆਪਣੇ ਪਿਓ ਦੇ ਹੁਕਮ ਦੇ ਵਿੱਚ ਨੇ, ਆਪਣੇ ਪਿਓ ਦੇ ਹੁਕਮ ਦੇ ਵਿੱਚ ਨੇ। ਜਿਹੜਾ ਹੁਕਮ ਦੇ ਉਹਦੇ ਉੱਤੇ ਖੁਸ਼ੀ ਹੁੰਦੀ ਹੈ। ਤੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਅਸੀਂ ਸੰਗਤ ਦੇ ਵਿੱਚ ਆਈਏ, ਤੇ ਸੰਗਤ ਦੇ ਵਿੱਚ ਆ ਕੇ ਗੁਰੂ ਦਾ ਤਾਂ ਇੱਕੋ ਹੀ ਹੁਕਮ ਹੈਗਾ, ਅਵਰ ਕਾਜ, ਗੱਜ ਕੇ ਬੋਲੋ, ਅਵਰ ਕਾਜ ਮਿਲ ਸਾਧ ਸੰਗਤ। ਫਿਰ ਜਪੋ ਨਾ ਸਾਰੇ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। उच्चारण करो जी, सतनाम श्री। तू प्रभ दाता दान मत पूरा, हम थारे भिखारी जी। असी ते भिखारी हाँ महाराज, तेरे दर दे मांगत हैगे हाँ ते तू दाता है। तू अपनी कलम नाल लिख दिता है गल कि बई इक्को एक ही दाता हैगा, तेरा दिता खावना, तेरा दिता ही खाउंदे हाँ। कोई इस गल दे उत्ते शक नहीं है सानू कि सानू कोई होर दे रहा, तू ही देना तां असी खाउंदे हाँ। ते मनुखी जन्म दे विच इस गल दा सब तो वड्डा सुभाग यह है कि तू सानू संगत बख्शी है, भगती करन दा बल बख्शिया है। संगत दे विच तुसी लै के आए हो ते तुहाडा ही हुक्म है, भगत जना के संग, गज के बोलो ना, भगत जना के संग पाप गवावना। पाप दा गवावना केवल संगत दे विच बैठ के नाम जप के गुरु के हुक्म नूं मन के ही हो सकता है। दाता एको ही है, देण वाला होर कोई नहीं। वो गल वखरी है, कोई मन्ने ना इस गल नूं, हंकारी होवे कोई बंदा ते कहे नहीं
कोई देण वाला दाता नहीं। ए तो मैं अपनी मेहनत के नाल अर्जित किया है, ए सब कुछ ए मैं किया है, ए मैं किया है, ए मैं अर्जित किया है, ए मेरी अपनी वो हैगी मेहनत हैगी। पुरखा जे वो मेहनत करन दा बल ही ना देंदा तू कित्थों बना लेना सी। जे वो इस तरह की वियोत ही ना बनांदा तेरे कोल पदार्थ कित्थों आ जाने सन। उन्हें बिद बनाई सी, ए बिद तेरी सिरे चढ़ी जे गुरु की नज़र होई है, दरगाह चो जे बख्शी होई है तां तू इस योगा होया। हर इंसान दे कोल कुछ भी है वो आया कित्थों, एक दे कोलों ही आया। इस करके असी भुलेखा ना पाईए कि बई ए मेरे अपने सियाणप दे नाल चलाकी दे नाल हिले चारे दे नाल कुछ प्राप्त होया। जिसनों भी प्राप्त होया गुरु की कृपा दे नाल ही प्राप्त होंदा है। यह गुरु का उपदेश है इन्हां बचनां दे विच। जिस गुरु ने सानू इन्नियां सिक्ख्यावां दित्तियां ने ते कोई कर्म कांड करन नूं नहीं आख्या, कोई किसी तरह का भरम करन नूं नहीं आख्या। कर्म कांड किसनों बोलते हैं? ध्यान देना। कर्म कांड बोलते हैं बई पुरखा तू रात नूं जाके चौक के उत्ते दीवा वाली तेरी मनोकामना पूरी हो जाएगी। कई बंदे मैं अपनी जिंदगी वेखदा आ रहा भी माँ प्यो कहते भी साडे बच्चे का ना रिश्ता नहीं होंदा पिया, रिश्ता नहीं हो रहा। वो कहते हैं चौक के उत्ते जाके ना झाड़ू रखिया हो, संजोग खुल जाएंगे। जे इतना संजोग खुलते होंगे फिर सारी दुनिया दे ही हो जाने थे। कर्म कांड करन नूं हर बंदा हर वक्त तैयार बैठा है। कोई काला धागा देने वाला बाबा पता चले भी यह काला धागा बन लो तुहाडे दुख तकलीफ दूर हो जाएंगे। दुआई निरंकार की ध्यान देना। जे असी भी साडे विचों कोई इस तरह की मनोत रखण वाला कोई बंदा बैठा है कि बई काला धागा लैके दुख दूर होंदे ने, तो फिर कलगीधर पातशाह का रहतनामे का यह बचन सरवण कर लेना। कलगीधर पातशाह बख्शिश करते हैं, ए पुरखा जे तू अपने आप नूं सजाउंदा है कि मैं गुरु का सिख हैगा, सिख होए सिख गल माला पहने चौपड़ बाजी गनका खेले दास गोबिंद सिंह करत बखियान कोट जन्म पावे गोसवान। कोई इस तरह का मनुख होवे जिहड़ा कहंदा होवे भी काले धागे लैण दे नाल बन्नण दे नाल दुख तकलीफ दूर हो जाते हैं। मैं अक्सर वेख्या लोगों ने अपने पैरों के शरीर के किसी ना किसी अंग के उत्ते काला धागा बनिया होंदा है, तो किसी ना किसी मनोरथ तो ही बनिया होएगा ना, किसी ना किसी मनोरथ तो ही बनिया होएगा ना। तो महाराज उच्चारण करते हैं, पुरखा जे अज्ञानता वच यह काम किया है तो फिर रिजल्ट सुन लई। इधर तू मत्था टेक रहा है गुरु ग्रंथ साहब महाराज ने, उधर काले धाग्या के उत्ते भरोसा करता फिर रहा है। कोट जन्म पावे गो स्वान, करोड़ा जन्म तेनों कुत्ते दे लैने पैणगे। डरो डरो। गुरमत की कह रही है, उठ इशनान करो प्रभाते सोई हर आराधो रे। तुहानूं मनुखा जन्म प्राप्त होया है, मनुखा जन्म प्राप्त करने का यही लाभ है। असी संगत दे विच बैठ के जपया करिए सतनाम श्री वाहिगुरु का जाप करिए, यही साडे लई हुक्म है। गुरु सानूं कोई कर्म कांड करन नूं नहीं कहता। गुरु कहता है केवल नाम जप, ते जेड़ी संगत नाम जपती है वह अपने गुरु के उस्ताद पढ़ती है। गुरबड़भागी पाया ऐसा गुर वड भागी पाया, गुर वड भागी पाया ऐसा गुर वड भागी पाया, गुर वड भागी पाया ऐसा गुर वड भागी पाया, गुर वड धन गुरु अर्जन देव साहिब जी, धन गुरु अर्जन देव साहिब जी, बहुत बहुत धन्यवाद। बेअंत टुटिया वग्या होया संगत जी, मूर्ख अल्पक जान के बख्श लेना। एक बेनती शाम के दीवान दे विच संगत जी टाइम सिर पहुँचना। जदों मैं आया थी केवल 4 संगत के प्राणी बैठे है सन। पता नहीं मैं बोलन दे विच असमर्थ हैगा भी किस तरह आप जी को समझा सका, मेरी बोली नहीं आप नूं समझ आ रही। गुरु अगे अरदास करो मैनू उतना बोलना आ जाए जिस तरह आप जी को समझ आने वाले बोल होन। एक होर बेनती भी संगत पीछे पीछे ना बैठा करो, अगे अगे आके बैठा करो गुरु की खुशी प्राप्त करने वास्ते। क्लास दे विच जिहड़े बच्चे सियाणे होंदे ने अपनी गुरु की अपनी टीचर की नज़र आने चाहते हैं वह अगे बहते हैं, तो जिहड़े नलायक होंदे गुस्ताखी मां, तो जिहड़े नलायक होंदे ने बस बस इशारा इशारा माफ़ी इशारा है, अगे अगे होके बैठा करो। आप सारे रल मिल के केवल नाम जपांगे, कोई किसी की निंदिया चुगली नहीं। ऐनियां बेनतियां प्रवान, भुलां चुकां दी क्षमा। वाहिगुरू जी का खालसा, वाहिगुरू जी की फतेह।
गुरु प्यारे साथ संगत जी, जरूरी बेनती है कि आज इस सत्संग सभा हो और इतने